ਪ੍ਰੀਤਨਾਮਾ ਟੀਵੀ ਨਾਲ ਜੁੜਨ ਲਈ ਤੇ ਆਪਣੇ ਕਾਰੋਬਾਰ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ preetnamausa@gmail.com। हाँ जी, सत श्री अकाल जी सारिਆਂ ਨੂੰ। ਸਵਾਗਤ ਹੈ ਸਾਰਿਆਂ ਦਾ ਪ੍ਰੀਤਨਾਮਾ ਦੇ ਮੰਚ ਤੇ। ਫੇਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੜੇ ਹੀ ਨਾਜ਼ੁਕ ਮੁੱਦੇ ਦੇ ਨਾਲ ਅਸੀਂ ਅੱਜ ਹਾਜ਼ਰ ਹਾਂ ਤੁਹਾਡੇ ਅੱਗੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੂਰਾ ਵਰਲਡ ਜਿਹੜਾ ਇਸ ਵਕਤ ਸਫਰ ਕਰ ਰਿਹਾ ਹੈ। ਫਾਰਮਰ ਪ੍ਰੋਟੈਸਟ ਹੈ, ਕੋਰੋਨਾ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ। ਹਰੇਕ ਦੇਸ਼ ਜਿਹੜਾ ਹੈਗਾ ਕਿਸੇ ਨਾ ਕਿਸੇ ਸਮੱਸਿਆ ਦੇ ਨਾਲ ਜੂਝ ਹੀ ਰਿਹਾ, ਕਿਤੇ ਵੀ ਸ਼ਾਂਤੀ ਹੀ ਨਹੀਂ ਹੈ। ਏਦਾਂ ਹੀ ਇਜ਼ਰਾਈਲ ਤੇ ਫਿਲਿਸਤੀਨ ਦਾ ਮਸਲਾ ਵੀ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਫਿਲਿਸਤੀਨ ਦੇ ਲੋਕ ਕਿਸ ਤਰ੍ਹਾਂ ਉੱਤੇ ਸਫਰ ਕਰ ਰਹੇ ਹਨ। ਸੋ ਦਿਸ ਇਜ਼ ਵੈਰੀ ਬੈਡ ਥਿੰਗ ਕਿ ਇੱਕ ਪਾਸੇ ਤਾਂ ਮਹਾਮਾਰੀ ਲੋਕਾਂ ਨੂੰ ਤਬਾਹ ਕਰ ਰਹੀ ਹੈ, ਉਸੇ ਪਾਸੇ ਇਨਸਾਨੀਅਤ ਵੀ ਇਨਸਾਨੀਅਤ ਨੂੰ ਤਬਾਹ ਕਰਨ ਤੇ ਜੁਟੀ ਹੋਈ। ਮਹਾਮਾਰੀ ਤਾਂ ਕਹਿੰਦੇ ਕਿ ਇੱਕ ਕੁਦਰਤੀ ਕਰੋਪੀ ਹੈ ਸਾਡੇ, ਲੇਕਿਨ ਜਿਹੜੀ ਇਹ ਫਿਲਿਸਤੀਨ ਵਾਲਾ ਮਸਲਾ ਹੈ, ਇਹ ਜਿਹੜਾ ਹੈਗਾ ਸਾਡੀ ਇਨਸਾਨੀਅਤ ਦੀ ਇੱਕ ਘਟੀਆ ਕਾਰਗੁਜ਼ਾਰੀ ਕਹਿ ਸਕਦੇ ਹਾਂ ਕਿ ਇਨਸਾਨੀਅਤ ਨੂੰ ਮਾਨਵ ਨੂੰ ਖਤਮ ਕਰ ਰਿਹਾ, ਇਨਸਾਨ ਨੂੰ ਖਤਮ ਕਰ ਰਿਹਾ। ਪੀਸਫੁਲ ਹੈ ਹੀ ਨਹੀਂ, ਕਿਤੇ ਵੀ ਪੀਸ ਹੈ ਹੀ ਨਹੀਂ, ਸ਼ਾਂਤੀ ਹੈ ਨਹੀਂ। ਸੋ ਇਸੇ ਮਸਲੇ ਤੇ ਅੱਜ ਅਸੀਂ ਗੱਲਬਾਤ ਕਰਨ ਲਈ ਜੁੜੇ ਆਏ ਥੇ ਕਿ ਆਖਿਰਕਾਰ ਹੋ ਕੀ ਰਿਹਾ, ਕਿਉਂ ਹੋ ਰਿਹਾ। ਕਿਉਂਕਿ ਸਾਡੇ ਵਿੱਚੋਂ ਅੱਧ ਤੋਂ ਵੱਧ ਲੋਕ, ਜਿੱਥੋਂ ਤੱਕ ਮੇਰਾ ਖਿਆਲ, ਅੱਧ ਤੋਂ ਵੱਧ ਲੋਕਾਂ ਨੂੰ ਇਹ ਤਾਂ ਜ਼ਰੂਰ ਪਤਾ ਹੈ ਕਿ ਫਿਲਿਸਤੀਨ ਵਿੱਚ ਔਰ ਇਜ਼ਰਾਈਲ ਦੇ ਵਿਚਕਾਰ ਆਪਸ ਵਿੱਚ ਲੜਾਈ ਹੋ ਰਹੀ, ਲੇਕਿਨ ਕਿਉਂ ਹੋ ਰਹੀ ਹੈ, ਉਹਦਾ ਇਤਿਹਾਸ ਕੀ ਹੈ ਤੇ ਉਹਦਾ ਹੱਲ ਕੀ ਹੈ, ਇਹ ਕਿਸੇ ਨੂੰ ਨਹੀਂ ਪਤਾ। ਚਲੋ ਹੱਲ ਦੀ ਤਾਂ ਆਪਾਂ ਗੱਲ ਹੀ ਨਹੀਂ ਕਹਿ ਸਕਦੇ, ਲੇਕਿਨ ਇਤਿਹਾਸ ਕਿਸੇ ਨੂੰ, ਬਹੁਤੇ ਲੋਕਾਂ ਨੂੰ ਇਤਿਹਾਸ ਨਹੀਂ ਪਤਾ ਇਸ ਚੀਜ਼ ਦਾ। ਸੋ ਅਸੀਂ ਅੱਜ ਫਿਲਿਸਤੀਨ ਤੇ ਇਜ਼ਰਾਈਲ ਦਾ ਇਤਿਹਾਸ ਵੀ ਜਾਣਾਂਗੇ ਤੇ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਕੋਲੋਂ ਇਸ ਬਾਰੇ ਉਹਨਾਂ ਦੀ ਰਾਏ ਵੀ ਜਾਣਾਂਗੇ ਕਿ ਇਹ ਸਭ ਹੋ ਰਿਹਾ ਹੈ ਤੇ ਤੁਹਾਡੀ ਕੀ ਰਾਏ ਹੈ ਤੇ ਇਹਦਾ ਹੱਲ ਕੀ ਹੋਣਾ ਚਾਹੀਦਾ। ਸੋ ਸਾਡੇ ਨਾਲ ਇਸ ਮੰਚ ਤੇ ਅੱਜ ਜੁੜੇ ਨੇ ਡਾਕਟਰ ਰਾਣੀ ਨਗਿੰਦਰ ਜੀ, ਜੋ ਇੱਕ ਬਹੁਤ ਅੱਛੇ ਰਾਈਟਰ ਵੀ ਨੇ, ਜਿਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ਹੈ ਇਜਿਪਟ ਤੋਂ ਇਜ਼ਰਾਈਲ, ਇਸੇ ਕਾਫੀ ਦੇਰ ਪਹਿਲਾਂ, ਔਰ ਜਰਨਲਿਸਟ ਵੀ ਨੇ ਔਰ ਬਹੁਤ ਅੱਛੇ ਇਤਿਹਾਸ ਗਿਆਤਾ ਨੇ ਤੇ ਉਹ ਬਕਾਇਦਾ ਇਹਨਾਂ ਨੇ ਇਜ਼ਰਾਈਲ ਵਿਜ਼ਿਟ ਵੀ ਕੀਤਾ ਹੈ। ਨਾਲ ਸਾਡੇ ਨਾਲ ਪਾਕ US ਮੀਡੀਆ ਤੋਂ ਸਲਮਾਨ ਜਫਰ ਜੀ ਨੇ, ਜੋ ਬਹੁਤ ਹੀ ਐਕਟਿਵ ਨੇ ਤੇ ਆਪਣੇ ਚੈਨਲ ਤੇ ਵੀ ਇਸ ਬਾਰੇ ਪ੍ਰੋਗਰਾਮ ਲਗਾਤਾਰ ਕਰ ਰਹੇ ਹਨ। ਇਹਦੇ ਨਾਲ ਹੀ ਸਾਡੇ ਕੋਲ ਨਜ਼ੀਮ ਖਾਨ ਜੀ ਨੇ, ਜਿਹੜੇ ਜਨਰਲ ਸੈਕਟਰੀ ਨੇ OPGF ਦੇ, ਤੇ ਨਾਲ ਹੀ ਸਾਡੇ ਕੋਲ ਵਾਲਡਨ NGO ਦੇ ਫਾਊਂਡਰ ਸਾਂਝਾ ਪੰਜਾਬ ਤੋਂ ਹਿਨਾ ਰਹਿਮਾਨ ਜੀ ਵੀ ਜੁੜਨਗੇ ਥੋੜੀ ਦੇਰ ਤੱਕ। ਤਾਂ ਆਪਾਂ ਗੱਲਬਾਤ ਕਰਦੇ ਹਾਂ, ਤਦ ਤੱਕ ਇਹਨਾਂ ਦੇ ਨਾਲ ਇਤਿਹਾਸ ਤੋਂ ਪਹਿਲਾਂ ਆਪਾਂ ਮਿਸਿਸ ਨਸੀਮ ਜੀ ਨੇ ਜਲਦੀ ਵਿਦਾਇਗੀ ਲੈਣੀ ਹੈ, ਸੋ ਅਸੀਂ ਸ਼ੁਰੂਆਤ ਇਹਨਾਂ ਤੋਂ ਕਰਾਂਗੇ। ਤੇ ਪਹਿਲਾਂ ਤਾਂ ਸਾਡੇ ਸਾਰੇ ਦਰਸ਼ਕਾਂ ਵੱਲੋਂ ਤੇ ਸਾਡੀ ਪ੍ਰੀਤਨਾਮਾ ਟੀਮ ਵੱਲੋਂ ਤੇ ਮੇਰੇ ਵੱਲੋਂ ਸਲਮਾਨ ਜੀ, ਰਾਣੀ ਜੀ, ਨਜ਼ੀਮ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਸ਼ੋਅ ਨੂੰ ਜੁਆਇਨ ਕੀਤਾ ਹੈ। ਸੋ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਅੱਜ। ਤੇ ਨਜ਼ੀਮ ਜੀ, ਜਿਵੇਂ ਕਿ ਮੈਂ ਹੁਣੇ ਦੱਸਿਆ ਕਿ ਬਹੁਤ ਮੰਦਭਾਗੀ ਘਟਨਾ ਹੀ ਹੈ ਜਿਹੜੀ ਮਾਨਵਤਾ ਨੂੰ ਖਤਮ ਕਰ ਰਹੀ ਹੈ। ਇਜ਼ਰਾਈਲ ਤੇ ਫਿਲਿਸਤੀਨ ਵਿੱਚ ਜੋ ਵੀ ਹੋ ਰਿਹਾ ਹੈ, ਇਸ ਬਾਰੇ ਅਸੀਂ ਤੁਹਾਡੀ ਰਾਏ ਜ਼ਰੂਰ ਜਾਣਨੀ ਚਾਹਾਂਗੇ ਕਿ ਤੁਹਾਨੂੰ ਕੀ ਲੱਗਦਾ ਹੈ, ਇਹ ਕਿਉਂ ਹੋ ਰਿਹਾ ਹੈ ਤੇ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ। प्रीतम जी, सलाम, नमस्ते, सत श्री अकाल ते हेलो एवरीवन। फर्स्ट ऑफ ऑल थैंक यू सो मच कि तुसी इस टॉपिक नू चुनिया है, जेड़ा बड़ा क्रूशल टॉपिक है करंटली। और हर बंदा जेड़ा दुनिया च एक नरम दिल रखदा है या इंसानियत दे बारे च सोचदा है, वो इस चीज ना इजराइल फलस्तीन दे कॉन्फ्लिक्ट तो इफेक्ट होया है। ਤੇ ਜਿੱਥੇ ਤੁਸੀਂ ਇਤਿਹਾਸ ਦੀ ਗੱਲ ਕੀਤੀ ਹੈ, ਇਹ ਕੋਈ ਨਵਾਂ ਮਸਲਾ ਨਹੀਂ ਹੈ। ਇਹ 73 ਈਅਰ 올ਡ ਕਨਫਲਿਕਟ ਹੈ ਤੇ ਸਾਨੂੰ ਪਤਾ ਹੈ ਕਿ ਇਹ ਬੀਇੰਗ ਮੈਂ ਓਵਰਸੀਜ਼ ਪਾਕਿਸਤਾਨੀ ਗਲੋਬਲ ਫਾਊਂਡੇਸ਼ਨ ਦੀ ਜਨਰਲ ਸੈਕਟਰੀ ਹੋਣ ਦੀ ਹੈਸੀਅਤ ਨਾਲ ਅੱਜ ਇੱਥੇ ਆਈ ਹਾਂ ਤੇ ਤੁਹਾਨੂੰ ਸਿਰਫ ਇਹ ਦੱਸਣਾ ਚਾਹ ਰਹੀ ਹਾਂ ਕਿ ਅਸੀਂ ਸਭ ਪਾਕਿਸਤਾਨੀ, ਇੰਡੀਅਨ,
ਅਮਰੀਕਨ, नो मैटर किथे भी कोई इंसान रह रहा है उस कॉन्फ्लिक्ट तो अफेक्ट होया है। ते जेड़ा करंट मसला इशू जेड़ा हुण शुरू होया, इवन दो इट्स 73 ईयर ओल्ड, लेकिन रीसेंट जेड़ी कॉन्फ्लिक्ट और सारा प्रोटेस्ट शुरू होया इस गल तो शुरू होया कि उत्थे एक इलाका है जिहदा नाम है जारा, शेख जारा, एक सर्टन एरिया जिहदे च फलस्तीनियां दे घर भी सन, लेकिन एक एथनिक क्लिनजिंग हो रही है, उन्हां नूं फोर्स किया जा रहा सी कि तुसी इस सर्टन एरिया चो मूव आउट हो जाओ और तुहाडे घर इत्थे नहीं होने चाहिए क्योंकि वो हैवीली पॉपुलेटेड है इजराइली लोकां नाल। ते जदों इस फलस्तीनियां ने ओहदे ते प्रोटेस्ट किया और ते उन्हां ने ओहदे जवाब दे विच उन्हां ते फायरिंग शुरू कर दी। दिस इज द मोस्ट रीसेंट इवेंट हाउ इट स्टार्टेड। ते ओहदे बाद ते साडे सब दे सामने पता है कि 10 मई तो बाद जिस तरह ये शुरू होया कॉन्फ्लिक्ट और जिस तरह मस्जिद दे उत्ते, मस्जिद अक्सा दे उत्ते अटैक किया गया, मुसलमानों का जिहड़ा एक होली मंथ सी रमदान और बहुत सारे लोगों की शहादत हुई। ते ओहदे बारे च इंशाअल्लाह अगे चल के गल करांगे। तो बेसिकली ये जिहड़ा तुहाडा सवाल सी ओहदा आंसर यही है, द रीसेंट इवेंट स्टार्टेड बाय एथनिक क्लींजिंग एंड फोर्सिंग आउट ऑफ सर्टन एरिया फलस्तीनी मुस्लिम्स के तुसी इस एरिया छड़ के चले जाओ, विच इज एब्सोल्युटली रॉन्ग, क्योंकि हर इंसान नूं हर जगह रहने का हक हासिल है। थैंक यू। सो नजीम जी की तुसी की समझदे हो ਇਹਦਾ ਕੀ ਤੁਹਾਡਾ ਹੱਲ ਕੀ ਹੋਣਾ ਚਾਹੀਦਾ ਇਸ ਬਾਰ? देखो जी, ये बहुत ही एक कॉम्प्लिकेटेड और बहुत ही लंबा और पुराना इशू है। ओदा कोई हल सिर्फ ये है कि जब इन रीसेंट वर्ल्ड जिथे असी 2021 च रह रहे हैं, इथे ह्यूमन राइट्स पहले आंदे ने। ईवन दो रिलीजियस बेस दे उत्ते असी गल कर सकते हैं, लेकिन सब तो पहले ह्यूमैनिटी इज द बिगेस्ट रिलीजन। ते लेकिन इजराइल च जिहड़ा भी कॉन्फ्लिक्ट है ये रिलीजन बेस ते हो रहा है। हर इंसान नूं जिंदा रहन दा, अपना घर बनाने दा, अपनी जगह ते फलन फुलन दा हक हासिल है। ते इहदा हल सिर्फ यही है कि हर शख्स नूं जीण दा हक दिता जाए। और असी खुद इमीग्रेंट हैं यूएस विच, राइट, और असी इस चीज़ नूं जानते हैं कि असी इत्थे रह रहे हैं, असी इत्थे अपनी प्रैक्टिस करते हैं अपने मजहब नूं, असी इत्थे जाबां करते हैं। ते फलस्तीनी यही हक अपने ही कंट्री च रह के मन रहे हैं जिथे वो पैदा होए, जिथे उन्हां दे एंसेस्टर्स जिन्हां ने जिंदगी गुजारी, उन्हां नूं अपनी ही जगह ते रहन दा, अपनी ही जगह ते काम करन दा और अपनी ही जगह ते अपने बच्चों नूं पालन दा हक नहीं दिता जा रहा। ते उन्हां दे ह्यूमन राइट्स उन्हां नूं उत्थे रह के मिलना चाहिए। थैंक यू सो मच नजीम जी। ते वेलकम हिना जी, तुसी साडे नाल आ गए हो। सो नसीम जी थैंक यू सो मच, थैंक यू, तुसी अपनी राय दी, बहुत अच्छा लग्या। सो असी गल करांगे हुण हिना जी नाल। हिना जी साडे नाल हुणे जुड़े ने। सो इन्हां दा भी सिना तुहाडा बहुत बहुत शुक्रिया, क्योंकि तुहाडा ड्यूटी ते होण दे बावजूद भी तुसी सानू ज्वाइन कर रहे हो। सो कि तुसी ब्रेक ते हो, इस करके मैं हिना जी तुहानू दरखास्त करनी कि प्लीज तुसी इस बारे अपने विचार जरूर दसो कि फिलिस्तीन और इजराइल दे विच जो भी हो रहा है, इहदे बारे तुहाडी की राय है, क्यों हो रहा है? थैंक यू सो मच। सत श्री अकाल जी प्रीति जी एंड अस्सलाम वालेकुम नसीम खान। मैंने आपसे देखा डॉक्टर रानी इज देयर एंड नॉट? वालेकुम She's there. I'm there. That thank you so much नसीम, thank you so much, appreciate आपने अपना टाइम दिया। प्रीत आपने इतना इम्पोर्टेंट टॉपिक के ऊपर आज डिस्कस किया। यस, दैट इज द सो ट्रू। इस बात के लिए मैं सिर्फ आपसे यही कहूंगी कि व्हेन लॉ बिकम injustice then resistance become duty। तो ये आज हम लोगों की ड्यूटी ही है कि जो हम लोग दे रहे हैं कि जो नाइंसाफी इस वक्त चल रही है, और इसके लिए इज नॉट नीड टू बी अ मुस्लिम। ट्रूली स्पीकिंग प्रीत, कोई मुस्लिम होने की जरूरत नहीं है। कहीं पे भी ह्यूमैनिटी के खिलाफ कोई बात होती है या कहीं पे भी ऐसा कुछ होता है जहां बच्चों के लिए, पेरेंट्स के लिए, वालिदैन को तकलीफ दी जाती है, उसके लिए मुसलमान होना जरूरी नहीं है। मैं नहीं समझ सकती। तो आपने जब मुझे ये टॉपिक बताया, मेरी मसरूफियात का मैं कोई भी जो है पब्लिसिटी नहीं करूंगी। एवरीवन इज वेरी बिजी इन न्यूयॉर्क बिकॉज दिस इज न्यूयॉर्क, दिस इज अमेरिका, एंड यस वी डू हैव अ जॉब एंड सर्टेन मोर रिस्पॉन्सिबिलिटी टू डू। उसके अंदर टाइम निकालना बहुत प्रॉब्लम होता है, मगर ये टॉपिक ऐसा है
ये सिलसिला ऐसा है कि मेरे ख्याल से हम जितनी भी बात करें उससे ज्यादा जो हम प्रैक्टिकल कर सकें वो कम है। बिल्कुल। तो थैंक यू सो मच प्रीत, आप जो हो बहुत जबरदस्त काम कर रहे हो। फर्स्ट ऑफ ऑल कॉन्ग्रेचुलेशन फॉर दैट। आप सारे टॉपिक लेते हो, आप ह्यूमैनिटी बेस के ऊपर चीजों को जो है ऑन एयर लेकर आते हो। और डॉक्टर रानी हर हाल में मेरे साथ बिल्कुल एग्री होंगी, क्योंकि बिफोर दिस कन्वर्सेशन एंड जूम मीटिंग शी टॉक टू मी, और डॉक्टर रानी ने मुझे बताया कि वो जा चुकी हैं फलस्तीन। And, उन्होंने बुक भी लिखी है। डॉक्टर रानी, आई गॉट योर बुक एंड आई Oh. रीड इट टू। इज इट Thank you. Israel? So great, डॉक्टर रानी, आप तो बस मैं आपको क्या बोलूं, आई रियली अरे, डू लव यू। आप शुक्रिया, जिस शुक्रिया। तरीके से माशाल्लाह सारा आप करते हैं। प्रीत, मेरा जो वालदैन फाउंडेशन के लिहाज से जो मैं ये बात आज करना चाहती हूँ, क्योंकि वालदैन फाउंडेशन अभी रिसेंटली लोगों के लिए न्यू होगी, मगर जो कम्युनिटी सर्विसेज मैं कर रही हूँ और जितने अरसे से कर रही हूँ वो बहुत टाइम से ये चीजें चल रही हैं। इसको ऑफिशियली हमने एक नाम दिया, क्योंकि हर चीज का एक नाम होता है जिससे उसकी पहचान बनती है। तो हम ये पहचान बनाने के लिए मेरी सारी फ्रेंड्स जो हैं मेरे साथ हैं, पूरा ग्रुप मेरे साथ है जिन्होंने इसको बहुत अप्रिशिएट किया। और जिस कंट्री में हम लोग बैठे हुए हैं, नसीम एंड प्रीत एंड डॉक्टर रानी सभी एग्री होंगे मेरे साथ कि व्हेन वी आर ड्राइविंग and we gonna see the bus school is pull over front of our car, और वो साइड के ऊपर से एक डोर निकाल देती है, तो कितना भी ट्रैफिक हो, कितने भी आपको बिजी हो, आप उस बस स्कूल बस को आप नहीं उसको क्रॉस नहीं कर सकते। इफ यू क्रॉस यू गॉट टिकट, you got in a problem, your driving license going to be terminate, so many things you know is gonna be happen। और हम उस बस का नहीं एहतराम करते, हम उन बच्चों का एहतराम करते, और वो ड्राइवर उन बच्चों की सेफ्टी के लिए ये कहता है कि आप यहाँ से क्रॉस नहीं करें। तो इस मुल्क में रहते हुए जब गजा के अंदर इतना जुल्म हो रहा है, वहां के बच्चों के साथ ज्यादती हो रही है, तो हम सब कहाँ हैं? हम क्या कह रहे हैं? बिल्कुल बिल्कुल। मैं इस चीज के लिए मैं आपको नहीं बता सकती कि मेरे क्या जज्बात हैं। अगर आप मुझे आज बोलें कि आप जाके उन माओं के लिए कुछ करें, मैं आज आपके साथ हूँ। उन बच्चों को बचा लें, मैं आज आपके साथ हूँ। मैं, क्योंकि मेरे 2 बच्चे हैं, मैं जब वीडियो देखती हूँ डॉक्टर रानी, मैं मुझे मेरे बच्चे आ जाते हैं दिमाग के अंदर। बिल्कुल सही है, बिल्कुल सही है, सही इतनी तकलीफ हो रही है बच्चों के लिए। आप लोग दुनिया में लोगों को आप लड़ें, आप जो कुछ कर सकते हैं, प्लीज बच्चों को छोड़ दें, बच्चों के साथ ज्यादती नहीं करें। बच्चों का कोई कसूर नहीं है, किसी भी मुल्क के बच्चे, किसी भी मजहब के बच्चों का कोई कसूर नहीं है। आई एम गोइंग टू बी वेरी इमोशनल, I'm going to be। हम सब है। तो मेरा सिर्फ यही कहने का मकसद है, प्लीज प्रीत आप मेरी आवाज वहां तक पहुंचाएं, प्लीज आप मेरी दर्द को वहां तक पहुंचाएं। जो लोग भी मुझे सुन रहे हैं, जो लोग भी मुझे देख रहे हैं, ये कोई पब्लिसिटी स्टंट के लिए मैंने ये प्रोग्राम और ये चीजों का मेरा इंटरेस्ट नहीं है। आई डोंट हैव अ टाइम एट ऑल। आई जस्ट टेल प्रीत वन थिंग, आई वांट टू टॉक अबाउट पेरेंट्स, I want to talk about children. Stop it. Please stop it. That's a one and last thing. Nothing, anything else. I don't want to hear anything. बिल्कुल हीना जी आपके साथ मैं सहमत हूँ, इस बात से सहमत हूँ। आपने सही कहा, इसके लिए मुस्लिम होना जरूरी नहीं है। मैंने तो प्रोग्राम के शुरुआत में ही कहा है कि मानवता, हम लोग इंसान हैं, धर्म मायने नहीं रखता। धर्म आज मानव को मार रहा है, मानवता को खत्म कर रही है। सो आई एग्री विद यू कि हम सबको मिलकर आवाज उठानी चाहिए। जहां पे भी मानवता का इस तरह से बुरा हाल किया जा रहा है, आप पंजाबी च कहंदे कि घाण किया जा रहा है। सो दिस इज वेरी बैड थिंग। सानू सारिਆਂ ਨੂੰ मिल के जरूर आवाज उठानी चाहिए। सो यू आर डूइंग रियली गुड हीना, आई एप्रीशिएट यू। एंड एनजीओ ते हुंदी गल है, मैं ਤੁਹਾਨੂੰ ਪਹਿਲਾਂ ਤੋਂ देख रही हूं, यू आर वेरी डूइंग ग्रेट जॉब।
सो ऐसे सारे इकट्ठे हैं, आपके साथ हैं हम लोग सारे, कोई लैंग्वेज, कोई धर्म, किसी चीज का हम लोगों का कोई ताल्लुक नहीं है, इंसानियत बस हमारा धर्म है, इंसानियत और इंसान को बचाना और इंसान के बारे में चिंता करना, ये हमारा धर्म है। सो नसीम जी आप कुछ कहना चाहेंगी? हाँ जी जी, बिफोर आई लीव मैं आपको सिर्फ ये कहना चाह रही थी कि आज ही यूएन ह्यूमन राइट काउंसिल ने एक ये डिसाइड किया है कि वो ये हिना जी की बात के ऊपर मैं ये बात कर रही हूँ कि उन्होंने बच्चों के मर्डर की बात की है कि आज यूएन ह्यूमन राइट काउंसिल ने ओआईसी की रिक्वेस्ट के ऊपर इन्वेस्टिगेशन का, वार क्राइम के लिए इन्वेस्टिगेशन का डिसाइड किया है कि इंटरनेशनली वो एक इन्वेस्टिगेट करेंगे कि यहाँ पे उन्होंने कहा कि ये ह्यूमन राइट्स ना सिर्फ खिलाफवर्जी हुई है बल्कि ये वार क्राइम है। वार क्राइम क्या होता है? जो ना सिर्फ वार क्राइम, जब दो मुल्क आपस में लड़ते हैं तो वो एक दूसरे से जीतने की कोशिश करते हैं, उसमें आप जो भी करें लेकिन ह्यूमैनिटी के खिलाफ जुर्म ना करें, जो क्रिमिनल है। यहाँ पे ये बात साबित हो गई है, हम सब ने देखा है कि 66 चिल्ड्रन वर किल्ड और 1900 वर wounded और 254 लोग मारे गए, जो और सब सिविलियन थे। और ऐसी बिल्डिंग्स के ऊपर अटैक किया गया ये कह के कि वहां पे पॉलिटिकली उनके खिलाफ साजिशें हो रही हैं इजराइल के खिलाफ। मीनवाइल वो स्कूल थे, वो सिर्फ एक रेजिडेंशियल बिल्डिंग्स थी और मस्जिदों के अंदर लोग उस वक्त इबादत कर रहे थे जब उनके ऊपर अटैक किया गया। तो ये वार क्राइम है ह्यूमैनिटी के खिलाफ, इंसानों के खिलाफ। और आई एम ग्लैड के यूएनओ ने किसी भी प्रेशर के खिलाफ इसको करारदाद को पास किया और वो इसकी इन्वेस्टिगेशन कर रहे हैं। और इजराइल के प्राइम मिनिस्टर ने आज उसके ऊपर बहुत बड़ा एहतजाज किया है और कहा है कि ये हमारे खिलाफ एक खुली साजिश है। लेकिन ओआईसी, ऑर्गेनाइजेशन ऑफ इस्लामिक कोऑपरेशन, उन पाकिस्तान ने ये करारदाद पेश की थी और उसके ऊपर यूएनओ ने ये एक कदम उठाया है, जिसके लिए हम बहुत खुश हैं कि फाइनली इनका असल चेहरा हम सबके सामने लाया जाएगा कि इन्होंने किस तरह बच्चों के ऊपर जुल्म किया है। और ये जब बच्चों के ऊपर जुल्म करते हैं तो इनका मतलब है कि इससे पेरेंट का कुछ ज्यादा वीक किया जाए, क्योंकि जब हम लड़ते हैं एज अ पेरेंट तो अपने लिए आप जान देने के लिए तैयार हैं, लेकिन जब आपके बच्चे के ऊपर जुल्म होता है तो ये बेसिकली आपको वहां पर मारा जाता है जहां आपकी रियल वीकनेस है। तो आई एम ग्लैड कि हम इस टॉपिक के ऊपर बात कर रहे हैं और ग्रेट। और हिना जी, आई रियली अप्रिशिएट कि आपने एक माँ के हैसियत के ऊपर हम सब के जज्बात का इजहार किया। Thank you. Thank you so much, Naseem ji. Thank you so much. Excellent, Naseem. That's a wonderful news you are giving. Yeah, very nice. Yep. Information दिया, importance दिया. Thank you so much. आपका time बहुत valuable. I know कि आप job पे हैं और जाना है आपको. Thank you. But thank you so much for coming and keep in touch on the next show too. इंशाल्लाह. तो मेरा सारे दर्शकों से भी निवेदन है, रिक्वेस्ट है कि किसी ने भी इस मसले ਦੇ ਉੱਪਰ ਆਪਣੇ ਵਿਚਾਰ ਦੇਣੇ ਹੋਣ, ਆਪਣੀ ਕੋਈ opinion ਦੇਣੀ ਹੋਵੇ ਤਾਂ ਸਾਡੇ ਨਾਲ ਫੋਨ ਦੇ ਰਾਹੀਂ ਜੁੜ ਸਕਦਾ ਹੈ। आपका थोड़ा कनेक्शन की आई थिंक कुछ इश्यूज हो रहे हैं। हाँ जी, आई थिंक वो कनेक्शन इंटरनेट की प्रॉब्लम हो रही है। नहीं, आप इधर तो ठीक है ना जी, आपकी तरफ में हेल्प की है प्रॉब्लम थोड़ी सी, शायद हो सकता है। ਤੇ ਜਿੰਨੇ ਵੀ ਕਿਸੇ ਨੇ ਆਪਣੀ ਓਪੀਨੀਅਨ ਦੇਣੀ ਹੋਵੇ ਪਲੀਜ਼ ਸਾਨੂੰ ਫੋਨ ਦੇ ਰਾਹੀਂ ਦੇ ਸਕਦੇ ਹੋ, ਤੁਸੀਂ ਫੋਨ ਨਾਲ ਜੁੜ ਸਕਦੇ ਹੋ 2013124180 +1 लगा के, अगर आउट ऑफ यूएस हो तो +1 लगा के व्हाट्सएप कॉल, सिंपल कॉल कर सकते हो +1 2013124180। अगर किसी ने अपनी ओपीनियन देनी होवे इस मसले दे ऊपर, कोई राय ਜਾਂ अपना कोई भी मशवरा ਜਾਂ अपने विचार दसने होण, सो ਤੁਸੀਂ जुड़ सकते हो। सो थैंक यू सो मच नसीम जी। और ਅਸੀਂ ਗੱਲ ਕਰਾਂਗੇ सलमान जी ਤੁਹਾਡੇ ਨਾਲ, ਤੁਸੀਂ ਤੁਹਾਡੇ ਇਸ ਮਸਲੇ ਦੇ ਬਾਰੇ ਕੀ ਕਹਿਣਾ ਹੈ? हाँ जी, अस्सलाम वालेकुम, सत श्री अकाल, नमस्ते सब नू। बहुत अच्छा डिस्कशन हो रही है और बहुत जरूरी सी जरा कि तुसी ये कदम चुके हैं प्रीत जी। वी एप्रीशिएट यू। इसराइल पैलेस्टाइन जरा इन्हां दी ते तुहानूं पता है कि कॉन्फ्लिक्ट जड़ी है कदों दी चल रही है। ਇਹ ਕਨਫਲਿਕਟ ਜਿਹੜੀ ਹੈਗੀ ਨਾ ਉਦੋਂ ਸ਼ੁਰੂ ਹੋਈ ਸੀ ਜਦੋਂ 1948 ਦੇ ਵਿੱਚ ਇਸਰਾਈਲ ਇੱਕ ਸਟੇਟ ਐਸਟੈਬਲਿਸ਼ ਹੋਈ ਸੀ। ਇਹ ਇਸਰਾਈਲ ਜਿਹੜਾ ਹੈਗਾ ਸਾਰਾ ਫਲਸਤੀਨ ਦੀ ਜਗ੍ਹਾ ਹੈਗੀ ਸੀ ਵੈਸੇ, ਉੱਥੇ ਜਿਹੜਾ ਇਸਰਾਈਲ ਨੂੰ ਜਿਹੜਾ ਸਟੇਟ ਬਣਾ ਦਿੱਤਾ ਗਿਆ ਤੇ ਉੱਥੋਂ ਜਿਹੜੀ ਹੈ ਸਾਰੀ ਪ੍ਰੋਬਲਮ ਸ਼ੁਰੂ ਹੋਈ ਹੈ। ਤੇ ਉਹਦੇ ਬਾਅਦ ਜਿਹੜਾ ਹੈਗਾ ਕਿ ਤੁਸੀਂ ਇਹ ਦੇਖੋ ਕਿ ਇਸਰਾਈਲ ਹਮੇਸ਼ਾ ਕੁਛ ਨਾ ਕੁਛ ਜਿਹੜਾ ਉੱਥੇ ਫਲਸਤੀਨੀਆਂ ਦੇ ਨਾਲ ਕਰਦਾ ਰਹਿੰਦਾ, ਬੱਚਿਆਂ ਨੂੰ ਮਾਰਨਾ ਹੈ, ਲੇਡੀਜ਼ ਨੂੰ ਮਾਰ ਦੇਣਾ, ਉੱਥੇ ਬੰਬ ਸੁੱਟ ਕੇ।
ਤੇ ਉਹਦੇ ਵਿੱਚ ਇਹ ਹੈਗਾ ਵੇ ਕਿ ਕੋਈ ਵੀ ਜਿਹੜਾ ਨਾ ਅੱਗੇ ਨਹੀਂ ਆਉਂਦਾ। ਤੁਸੀਂ ਇਹ ਦੇਖੋ ਕਿ ਬਹੁਤ ਘੱਟ ਕੰਟਰੀਜ਼ ਹੈਗੀਆਂ ਨੇ ਐਤਕੀ ਵੀ ਜਿਹੜੀਆਂ ਕਿ ਅੱਗੇ ਆਈਆਂ, ਉਹਨਾਂ ਨੇ ਕੋਈ ਐਸਾ ਮਤਲਬ ਕਿ ਕੋਈ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਟਰਕੀ ਜਿਹੜਾ ਹੈਗਾ ਮਿਡਲ ਈਸਟ ਦੇ ਵਿੱਚ ਇੱਕ ਵਾਹਿਦ ਕੰਟਰੀ ਹੈ ਜਿਹਨੇ ਕਿ ਸਭ ਤੋਂ ਪਹਿਲੇ ਅੱਗੇ ਆਇਆ, ਤੇ ਉਹਦੇ ਬਾਅਦ ਜਿਹੜਾ ਹੈਗਾ ਪਾਕਿਸਤਾਨ ਹੈ। ਪਾਕਿਸਤਾਨ ਤੇ ਟਰਕੀ ਦੋਨਾਂ ਨੇ ਮਿਲ ਕੇ ਕੋਸ਼ਿਸ਼ ਕੀਤੀਆਂ ਸਾਰੀਆਂ, ਤੇ ਮਗਰ ਇਹ ਕਿ ਹਿਊਮਨ ਰਾਈਟਸ ਵਾਇਓਲੇਸ਼ਨ ਤੇ ਇੰਨੀਆਂ ਜ਼ਿਆਦਾ ਹੋ ਰਹੀਆਂ ਨੇ। ਮੈਂ ਇਹਦੇ ਚ ਇੱਕ ਚੀਜ਼ ਵੀ ਦੱਸ ਦਿਆਂ ਕਿ ਮੇਰਾ ਪਾਕ ਯੂਐਸ ਮੀਡੀਆ ਚੈਨਲ ਵੀ ਹੈਗਾ, ਮਗਰ ਮੈਂ ਜਿਹੜਾ ਵਾ ਪਾਕਿਸਤਾਨ ਪੀਪਲਸ ਪਾਰਟੀ ਹਿਊਮਨ ਰਾਈਟਸ ਵਿੰਗ ਦਾ ਅਮਰੀਕਾ ਦਾ ਪ੍ਰੈਜ਼ੀਡੈਂਟ ਵੀ ਹਾਂ, ਤੇ ਉਹਦੇ ਵਿੱਚ ਜਿਹੜਾ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਦੇਖਦੇ ਰਹੀਦਾ ਵਾ। ਔਰ ਇਹ ਜਿਹੜਾ ਨਾ ਬੇਸਿਕਲੀ ਤੁਸੀਂ ਦੇਖਿਆ ਹੋਏਗਾ, ਸਭ ਨੇ ਸ਼ਾਇਦ ਦੇਖਿਆ ਹੋਏਗਾ ਕਿ ਇੱਕ ਛੋਟੀ ਜਿਹੀ ਬੱਚੀ 10 ਸਾਲ ਦੀ ਬੱਚੀ ਸੀ ਉੱਥੇ ਫਲਸਤੀਨ ਦੇ ਵਿੱਚ। ਹਾਂਜੀ, ਲਾਸਟ ਵੀਕ ਜਿਹਦੀ ਵੀਡੀਓ ਆਈ ਤੇ ਉਹ ਜਿਹੜਾ ਨਾ ਰੋਂਦੀ ਪਈ ਸੀ, ਕਹਿੰਦੀ ਸੀ ਇਹ ਮੇਰਾ ਜਿਹੜਾ ਨਾ ਘਰ ਹੈ, ਜਿਹੜਾ ਸਾਡਾ ਜਿਹੜਾ ਕਿ ਢੇਰ ਕਰ ਦਿੱਤਾ ਇਹਨਾਂ ਨੇ, ਤੇ ਇਹਦੇ ਵਿੱਚ ਮੈਂ ਕੀ ਕਰਾਂ, ਮੈਂ 10 ਸਾਲ ਦੀ ਸਿਰਫ ਹੈਗੀ ਹਾਂ। ਯਕੀਨ ਕਰੋ ਅੱਖਾਂ 'ਚ ਆਂਸੂ ਆ ਗਏ ਸੀ ਉਹਦੀਆਂ ਗੱਲਾਂ ਸੁਣ ਕੇ। ਸੈਡ, ਯਾ ਵੈਰੀ ਸੈਡ। ਵੈਰੀ ਤੇ ਉਹ ਮਤਲਬ ਕਿ ਉਹ ਇੱਕ ਤਰ੍ਹਾਂ ਦੀ ਮਤਲਬ ਕਿ ਜਜ਼ਬਾਤ ਉਹਦੇ ਇਹੋ ਜਿਹੇ ਹੈਗੇ ਸੀ ਕਿ ਪੂਰੀ ਦੁਨੀਆ ਜਿਹੜੀ ਹੈ ਨਾ ਉਹਨਾਂ ਦੇ ਅੱਖਾਂ 'ਚ ਆਂਸੂ ਆ ਗਏ। ਇਹ ਸਿਚੁਏਸ਼ਨ ਹੈਗੀ ਸੀ। ਕਿਸੇ ਨੂੰ ਇਸਰਾਈਲ ਨੂੰ ਇਸ ਚੀਜ਼ ਦਾ ਹੈ ਹੀ ਨਹੀਂ ਹੈ, ਉਹ ਆਪਣੇ ਚੱਕਰ ਸਾਰੇ ਪਏ ਹੋਏ ਨੇ ਤੇ ਆਪਣਾ ਜਿਹੜਾ ਕਿ ਉਹਦੇ ਤੇ ਵੀ ਕਬਜ਼ਾ ਕਰ ਲਈਏ। ਗੱਲ ਹੈਗੀ ਹੈ ਕਿ ਗਾਜ਼ਾ ਤੇ ਕਬਜ਼ਾ ਜਿਹੜਾ ਕਰਨਾ ਉਹ ਤੇ ਇੱਕ ਮੁਸਲਮਾਨ ਸਟੇਟ ਹੈ। ਅੱਛਾ, ਸਭ ਤੋਂ ਵੱਡੀ ਚੀਜ਼ ਤੁਸੀਂ ਇਹ ਦੇਖੋ ਜਿਹੜੀ ਕਿ ਅਨਅਸੈਪਟੇਬਲ ਚੀਜ਼ ਹੈ ਕਿ ਰਮਜ਼ਾਨ ਦਾ ਮਹੀਨਾ ਸੀ ਔਰ 27ਵਾਂ ਰਮਜ਼ਾਨ ਸੀ ਉਸ ਦਿਨ। 27 ਰਮਜ਼ਾਨ ਜਿਹੜਾ ਉਹ ਬਹੁਤ ਹੀ ਜ਼ਿਆਦਾ ਜਿਹੜਾ ਇਬਾਦਤ ਵਾਲਾ ਦਿਨ ਗਿਣਿਆ ਜਾਂਦਾ ਹੈ। 27th ਰਮਜ਼ਾਨ, ਉਦੋਂ ਬਹੁਤ ਦੁਆਵਾਂ ਕੀਤੀਆਂ ਜਾਂਦੀਆਂ ਨੇ। ਉਸੇ ਦਿਨ ਇਹਨਾਂ ਨੇ ਮਸਜਿਦ ਅਕਸਾ ਤੇ ਅਟੈਕ ਕੀਤਾ। ਉੱਥੇ ਜਿਹੜਾ ਉਹ ਲੋਕ ਇਕੱਠੇ, ਹਰ ਮਸਜਿਦ 'ਚ ਲੋਕ ਇਕੱਠੇ ਹੁੰਦੇ ਨੇ 27 ਰਮਜ਼ਾਨ ਤੇ। ਉਹਦੇ ਵਿੱਚ ਉਹਨਾਂ ਨੇ ਉੱਥੇ ਬੱਚੇ ਵੀ ਸੀ, ਲੇਡੀਜ਼ ਵੀ ਸੀ, ਆਦਮੀ ਵੀ ਸੀ, ਉੱਥੇ ਆਪਣਾ ਗੋਲੀਆਂ ਚਲਾ ਕੇ ਤੇ ਉਹਨਾਂ ਨੇ ਜਿਹੜਾ ਨਾ ਉੱਥੇ ਨਾਸ ਮਾਰ ਦਿੱਤਾ। ਹੁਣ ਇਹਨਾਂ ਨੂੰ ਜਿਹੜਾ ਕੌਣ ਰੋਕ ਸਕਦਾ ਹੈ? ਇਸਰਾਈਲ ਨੂੰ ਕੌਣ ਰੋਕੇਗਾ? ਮੇਰਾ ਤੇ ਇਹ ਕੁਐਸਚਨ ਪੂਰੀ ਵਰਲਡ ਨੂੰ ਹੈਗਾ ਕਿ ਇਸਰਾਈਲ ਨੂੰ ਕੌਣ ਰੋਕੇਗਾ। ਐਸੇ ਤਰ੍ਹਾਂ ਹੀ ਤੁਸੀਂ ਦੇਖੋ ਕਸ਼ਮੀਰ ਦੇ ਵਿੱਚ ਚੱਲ ਰਿਹਾ, ਮਗਰ ਕਸ਼ਮੀਰ ਦਾ ਇਸ਼ੂ ਤੇ ਇੱਕ ਸਾਈਡ ਤੇ ਲੈ ਰੱਖਦੇ ਆ, ਉਹ ਹੈ ਤੇ ਟਾਪਿਕ ਨਹੀਂ ਹੈਗਾ ਅੱਜ ਦਾ ਟਾਪਿਕ ਤੇ ਇਸਰਾਈਲ ਤੇ ਪੈਲਸਟਾਈਨ ਹੈ। ਬਿਲਕੁਲ। ਤੇ ਉਹਦੇ ਵਿੱਚ ਹੈਗਾ ਕਿ ਹੁਣ ਮੇਰਾ ਕੁਐਸਚਨ ਵਰਲਡ ਨੂੰ, ਜਿਹੜੇ ਲੋਕ ਦੇਖਦੇ ਪਏ ਨੇ, ਉਹਨਾਂ ਨੂੰ ਮੈਂ ਪੁੱਛਾਂਗਾ ਕਿ ਇਹਦਾ ਸੋਲੂਸ਼ਨ ਕੀ ਹੈਗਾ। ਇਹਦਾ ਸੋਲੂਸ਼ਨ ਮੇਰੇ ਹਿਸਾਬ ਨਾਲ ਇਹ ਹੈਗਾ ਕਿ ਦੋਵਾਂ ਨੂੰ ਜਿਹੜਾ ਇੱਕ ਟੇਬਲ ਤੇ ਬਿਠਾਇਆ ਜਾਏ ਤੇ ਉਹਦੇ ਜਿਹੜਾ ਫਾਈਨਲ ਹਰ ਚੀਜ਼ ਕੀਤੀ ਜਾਏ। ਬੰਬ ਮਾਰਨੇ, ਗੋਲੀਆਂ ਚਲਾਉਣੀਆਂ, ਇਹ ਪ੍ਰੋਬਲਮ ਦਾ ਸੋਲਵ ਨਹੀਂ ਕਰ ਸਕਦੀਆਂ ਕਿਸੇ ਸੂਰਤ ਵੀ। ਪ੍ਰੋਬਲਮ ਮਜ਼ੀਦ ਕ੍ਰੀਏਟ ਕਰ ਸਕਦੀਆਂ ਨੇ, ਪ੍ਰੋਬਲਮ ਸੋਲਵ ਨਹੀਂ ਕਦੀ ਕਰ ਸਕਦੀਆਂ। ਟੇਬਲ ਤੇ ਬੈਠ ਕੇ ਸੀਰੀਅਸ ਟਾਕ ਜਿਹੜੀ ਹੈਗੀ ਨਾ ਉਹ ਬਹੁਤ ਜ਼ਰੂਰੀ ਹੈ। ਸੀਰੀਅਸ ਡਿਸਕਸ਼ਨ ਜਿਸ ਤੱਕ ਨਹੀਂ ਹੋਏਗੀ ਉਸਲੇ ਤੱਕ ਇਹ ਪ੍ਰੋਬਲਮ ਜਿਹੜੀ ਹੈ ਚੱਲਦੀ ਰਹੇਗੀ। ਬਿਲਕੁਲ ਸਲਮਾਨ ਜੀ, ਬਿਲਕੁਲ ਤੁਸੀਂ ਇਹ ਗੱਲ ਬਿਲਕੁਲ ਸਹੀ ਕਹੀ ਕਿ ਮਸਲਾ ਜਿਹੜਾ ਹੈਗਾ ਇਹ ਇਸੇ ਤਰ੍ਹਾਂ ਹੀ ਸ਼ਾਂਤੀ ਨਾਲ ਨਿਪਟਾਇਆ ਜਾ ਸਕਦਾ ਹੈ ਕਿ ਦੋਨਾਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਤੇ ਉਹਨਾਂ ਦਾ ਆਪਸ ਵਿੱਚ ਸਮਝੌਤਾ ਕੀਤਾ ਜਾਵੇ, ਉਹਨਾਂ ਦਾ ਆਪਸ ਵਿੱਚ ਮਿਲਾਨ ਕਰਵਾਇਆ ਜਾਵੇ। ਗੋਲੀ ਦਾ ਜਿਹੜਾ ਜਵਾਬ ਹੈ ਗੋਲੀ ਨਾਲ ਦੇ ਕੇ ਇਹਦਾ ਕੋਈ ਹੱਲ ਨਹੀਂ ਨਿਕਲਦਾ, ਤਾਂ ਵਧਣੀ ਹੈ ਹਨਾ। ਇੱਕ ਇੱਟ ਮਾਰੋਗੇ ਤਾਂ ਅਗਲੇ ਨੇ ਪੱਥਰ ਮਾਰਨਾ, ਪੱਥਰ ਮਾਰੋਗੇ ਤੇ ਅਗਲੇ ਨੇ ਗੋਲੀ ਮਾਰਨੀ। ਸੋ ਗੋਲੀ ਮਾਰੋਗੇ ਤੇ ਬੰਦੂਕ ਆਪਣਾ ਬੰਬ ਸੁੱਟਣਗੇ। ਸੋ ਦਿਸ ਇਜ਼ ਨੋਟ ਲਾਈਕ ਸੋਲੂਸ਼ਨ। ਸੋ ਦੋਨਾਂ ਦਾ ਤੁਹਾਡਾ ਬਿਲਕੁਲ ਮੈਂ ਸਹਿਮਤ ਹਾਂ ਇਸ ਗੱਲ ਨਾਲ। ਥੈਂਕ ਯੂ ਸੋ ਮਚ। ਤੇ ਹੁਣ ਆਪਾਂ ਡਾਕਟਰ ਰਾਣੀ ਜੀ ਨਾਲ ਗੱਲ ਕਰਦੇ ਹਾਂ। ਡਾਕਟਰ ਰਾਣੀ, ਪਹਿਲਾਂ ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਨੂੰ ਇਸ ਚੀਜ਼ ਦੀ ਸ਼ੁਰੂਆਤ ਤੋਂ ਦੱਸੋ, ਇਤਿਹਾਸ, ਕਿਉਂਕਿ ਤੁਸੀਂ ਇਸ ਬਾਰੇ ਲਿਖਿਆ ਵੀ ਹੈ ਤੇ ਵਿਜ਼ਿਟ ਵੀ ਕੀਤੀ ਹੈ। ਸੋ ਜਿਵੇਂ ਕਿ ਮੈਂ ਦੱਸਿਆ ਸੀ ਕਿ ਸਾਡੇ ਜਿਹੜੇ ਮੋਸਟ ਆਫ ਦਾ 90% ਵੀ ਆਪਾਂ ਕਹਿ ਸਕਦੇ ਹਾਂ, ਵੈਸੇ ਤਾਂ 80% ਤਾਂ ਹੈ ਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਜ਼ਰੂਰ ਪਤਾ ਹੈ ਕਿ ਫਿਲਿਸਤੀਨ ਦੇ ਲੋਕ ਬਹੁਤ ਸਫਰ ਕਰ ਰਹੇ ਨੇ, ਲੇਕਿਨ ਉਹਦਾ ਇਤਿਹਾਸ ਕੀ ਹੈ, ਇਹ ਸਭ ਕਿੱਦਾਂ ਸ਼ੁਰੂ ਹੋਇਆ ਤੇ ਇਹਨਾਂ ਦੀ ਲੜਾਈ ਦੀ ਵਜ੍ਹਾ ਕੀ ਹੈ, ਕਿਉਂਕਿ ਇਹ ਵਾਰ ਪਹਿਲਾਂ ਵੀ ਹੋ ਚੁੱਕੀ ਹੈ, ਇਹ ਕਿਉਂ ਬਾਰ-ਬਾਰ ਹੁੰਦੀ ਹੈ, ਤੇ ਤੁਸੀਂ ਇਹਦਾ ਮੁੱਢ ਤੋਂ ਜਰਾ ਜ਼ਰੂਰ ਵਿਖਿਆਨ ਕਰੋ, ਸਭ ਨੂੰ ਜਾਣਕਾਰੀ ਦਿਓ। ਜੀ, ਸਾਰਿਆਂ ਨੂੰ ਸਲਾਮ, ਨਮਸਕਾਰ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ। ਪਹਿਲੇ ਮੈਂ ਇੱਥੋਂ ਹੀ ਸ਼ੁਰੂ ਕਰਦੀ ਹਾਂ ਜਿੱਥੋਂ ਕਿ ਗੱਲ ਚੱਲ ਰਹੀ ਹੈ। ਇਸ ਕੌਨਫਲਿਕਟ ਤੋਂ ਅਸੀਂ ਸਾਰੇ ਬੜੇ ਅਫੈਕਟਡ ਹਾਂ। ਜਿਹੜੀ 73 ਸਾਲ ਤੋਂ ਇਹ ਕਨਫਲਿਕਟ ਚੱਲ ਰਿਹਾ ਹੈ। ਨਸੀਮ, ਹਿਨਾ ਔਰ ਸਲਮਾਨ ਜੀ ਨੇ ਗੱਲ ਕੀਤੀ, ਔਰ ਗੱਲ ਇੱਥੋਂ ਹੀ ਹੈ ਕਿ ਕੀ ਹੋਣਾ ਚਾਹੀਦਾ, ਇਹਦਾ ਹੱਲ ਕੀ ਹੈਗਾ। ਚਲੋ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਵਾਪਸ ਬੈਕ ਜਾਂਦੇ ਹਾਂ। ਹੱਲ ਬੜਾ ਸਿੰਪਲ ਹੈ।
कोई मुश्किल नहीं, इट्स नॉट अ कॉम्प्लेक्स थिंग। पर जे हल कढ़ना होए तो ये जेड़े एक समझौता होना है, एक इंसानी मसला है और इहदा हल कोई मुश्किल होना चाहिए। और हल कढ़न वाले बिल्कुल साडे आस-पास ही ने, ਅਸੀਂ ਅਮਰੀਕਾ 'ਚ ਬੈਠੇ ਆ, ਹੱਲ ਉਹ ਕੱਢਣ ਵਾਲੇ ਨੇ, ਯੂਕੇ ਹੱਲ ਕੱਢਣ ਵਾਲਾ ਹੈ। ਜਿਹੜੇ ਕਿ ਚੈਂਪੀਅਨ ਬੰਦੇ ਨੇ ਸਾਰੀ ਦੁਨੀਆ ਦੀ ਇਨਸਾਨੀਅਤ ਦੇ, ਉਹਨਾਂ ਹੀ ਹੱਲ ਕੱਢਣਾ ਹੈ, ਕਿਉਂਕਿ ਜਿਹੜੇ ਸ਼ਹਿ ਦਿੰਦੇ ਨੇ ਇਹਨਾਂ ਲੋਕਾਂ ਨੂੰ, ਉਹਨਾਂ ਹੀ ਹੱਲ ਕੱਢਣਾ ਹੈ। ਇਟਸ ਸਿੰਪਲ ਔਰ ਇਟਸ ਅ ਬੇਸਿਕਲੀ ਲੈਕ ਆਫ ਸਟ੍ਰੈਟਜੀ। ਸਟ੍ਰੈਟਜੀ ਨਹੀਂ ਕੋਈ ਬਣਾਉਂਦੇ। ਸਟ੍ਰੈਟਜੀ ਤੁਸੀਂ ਇੰਜ ਦੀ ਨਹੀਂ ਬਣਾ ਸਕਦੇ ਜਿਹੜੀ ਡੇ ਟੂ ਡੇ ਹੋਏ ਜਾਂ ਵੀਕ ਟੂ ਵੀਕ ਬੇਸਿਸ ਤੇ ਹੋਏ। ਸਟ੍ਰੈਟਜੀ ਬਣੇਗੀ ਸਾਰੀ ਉਮਰ ਲਈ। ਸੋ ਐਕਸਟ੍ਰੀਮਿਸਟ ਬੋਥ ਸਾਈਡਸ ਤੇ ਨੇ। I mean, of course, एक कड़वी हकीकत है और दोनों पासे ने। अगर एक पासे हमास या वो कुछ कहता है या कुछ करता है और ओदे साइड दे उत्ते जेड़े दे ने ज्यूज जेड़े लीडर ने वो भी बड़ा जबरदस्त बोलते ने। सो एक्सट्रीमिस्ट दोनों पासे ने, बट इट्स अ लेजिटिमेट इशू and it's on both sides। घर किन्नू प्यारा नहीं, घर सबनू प्यारा होंदा है, पर ऐ ते नहीं कि तुसी अपना घर वसा के दूजियां दा उजाड़ दियो। So it needs two state peace deal with independence with full rights। अगर एक नो full rights मिलने ते दूजे नु क्यों नहीं मिल रहे भी? Simple as that। holy cities नु पासे रखो, holy sites जड़ियां ने they are common for the whole world। That's how I take it। और बाकी जेड़े गरीब ने, जेड़े मरे जा रहे ने, जेड़े बच्चे, जेड़े औरतां, जदों भी कोई किते जंग हुंदी है हमेशा बच्चे और औरतां सब तो ज्यादा अफेक्टेड हुंदे ने। दिल टुट जांदा है, दिल रोंदा है उन्हां लई और साडे सारेयां लई। ऐ नहीं कि सिर्फ मुसलमानां दे नाल अफेक्टेड है, वी ऑल आर अफेक्टेड। और ਇਹਦੇ ਲਈ ਸਭ ਤੋਂ ਜ਼ਰੂਰੀ ਹੈਗਾ ਕਿ ਜਿਹੜੇ ਇਨਸਾਨੀ ਹਕੂਕ ਦੇ ਚੈਂਪੀਅਨ ਬਣੇ ਨੇ ਉਹ ਬੈਠਣ ਔਰ ਸਭ ਉਹਨਾਂ ਨੂੰ ਸਭ ਪਤਾ ਕੀ ਕਰਨਾ ਉਹਨਾਂ ਨੂੰ। ਇਟਸ ਨਾਟ ਡਿਫਿਕਲਟ। ਔਰ ਹਾਂ ਇਹਦੇ ਵਿੱਚ ਪ੍ਰੋਬਲਮਸ ਤੇ ਹੈ ਹੀ ਨੇ। ਅਮਰੀਕਾ ਉਹਨਾਂ ਨੂੰ ਇੱਕ ਪਾਸੇ ਨੂੰ ਸ਼ਹਿ ਦਿੰਦਾ, ਦੂਜੇ ਨੂੰ ਦਰਕਾਰਦਾ ਹੈ। ਔਰ ਟਰਕੀ ਔਰ ਈਰਾਨ ਥੋੜੀ ਬਹੁਤੀ ਹੈਲਪ ਕਰਦੇ ਨੇ। ਇਟਸ ਅ ਵਨ ਵੇ ਮਿਸ਼ਨ ਫॉर them। OIC ਦੀ ਬੈਠਕ ਹੋਈ ਹੈ ਇੱਥੇ, ਜਿੰਨੇ ਇਸਲਾਮੀ ਹੈਗੇ ਨੇ ਕੰਟਰੀਜ਼, ਉਹਨਾਂ ਨੂੰ ਵੀ ਤੇ ਮਿਲਣਾ ਜ਼ਰੂਰੀ ਹੈ। ਉਹਨਾਂ ਨੂੰ ਆਪਣੇ ਬ੍ਰਦਰਸ ਲਈ ਆਵਾਜ਼ ਉਠਾਣੀ ਪਏਗੀ ਔਰ ਉਹਨਾਂ ਲਈ ਬਰਾਬਰ ਹੱਕ ਮੰਗਣੇ ਪੈਣਗੇ। simple as that। कोई इन्ना मुश्किल नहीं है। और फिर उन्होंने फाइनेंशियल रिस्टिट्यूशन दिती जाए, उन्होंने फाइनेंशियल हेल्प चाहिए अपने आप को बनाने दी। मैं तो एज यू नो इट, तुसी मेरी किताब भी दिखाई है, मैं 10-11 साल पहले गई सां इजराइल और फिर मैं सारियां जगह देखियां। जेरिको तो शुरू किया, जेरिको, तेल अवीव, I was in Jerusalem, so I was there for 10 days। गल दो कौमां दी जंग है, दो एथनिक ग्रुप्स दी। और जेड़ा फिलिस्तीनी ने वो तो पहले ग्रीकी और फिनिशियन हुंदे सन बेसिकली। एंड आफ्टर बहुत देर बाद फिर जो सारे लोग उन्होंने मिलते गए ते अज उन्होंने कहा जाता है कि मुसलमान ने। फाइन, दैट्स ओके। इजराइल ते मैच है जेड़ा कि किते नहीं सी, ते फिलिस्तीन मैच नहीं, उन्होंने ढूंढना पैंदा। क्यों? ओदी जमीन है और वो क्यों ढूंढना पैंदा? तुसी जाके देखो तो टोटल 7 बस्तियां ने, टोटल 7 बस्तियां ने जड़ियां के पैलेस्टीन दियां ने। वाई इट्स नॉट ए कंसोलिडेटेड मुल्क? एक गाजा, जेरिको, हीब्रोन, रोमाला, नीबो, जेनोआ और बैथलेम। एंड आई वेंट टू 3-4 ऑफ दोज बस्तीज। जेरिको ठीक है, सुत्ता सुत्ता बेचारा। आई मीन सारे उन्हां बस्तियां च जाओ तुसी, गरीबी, दीवारां दे उत्ते पोस्टर शहीदां दे, कोई उन्हां दी केयर नहीं कर रहा। इवन वेयर इज यूनेस्को? यूनेस्को किथे है? जेरिको इज द मोस्ट ओल्डेस्ट सिटी इन द वर्ल्ड, जेडी के अज तो पता नहीं 10,000 साल पहले सी। ओदियां सी कई चीजां देखियां, पर सारे चुप-चुपी ते बैठे ने। यूनेस्को शुड लुक इनटू दैट कि भाई उत्थे की हो हाल है और उन्हां सारियां चीजां नु उस पूरी सभ्यता नु कढिया जाए, पूरे शहर नु। सो रोमाला जेड़ा ओ राजधानी है PLO दी। चलो ठीक है, उत्थे बड़े देसी काम होंदे ने और मतलब बड़े जेड़े ने पॉलिटिक्स दा काम उत्थे ज्यादा हुंदा है। एंड वो राजधानी है पैलेस्टीन दी। यासर अराफात उत्थे उन्हां दा घर, दफ्तर, मकबरा सब कुछ है। बेथलेम इज आल्सो अंडर दिस बस्ती। बेथलेम जेड़ी जिथे के जीसस पैदा हुए और
ਇਹ ਮੈਂ ਸਾਰੀਆਂ ਜਗ੍ਹਾ ਦੇਖੀਆਂ ਨੇ। ਬੇਸਿਕਲੀ ਆਈ ਵਾਸ ਮਚ ਮੋਰ ਇੰਟਰਸਟਿਡ। ਮੈਂ ਤੁਹਾਨੂੰ ਕਈ ਵੀ ਕਹਿੰਦੀ ਨਹੀਂ ਆ ਕਿ ਮੈਂ ਮੈਡੀਸਨ ਚ ਨਾ ਹੁੰਦੀ ਤੇ ਬੇਸਿਕਲੀ ਮੇਬੀ ਕਿਸੇ ਵਾਰ ਟਾਈਮ ਚ ਕਿਤੇ ਰਿਪੋਰਟਰ ਹੁੰਦੀ ਐਂਡ ਆਈ ਵੁੱਡ ਹੈਵ ਲਵਡ ਇਟ। ਕਹਾਣੀ ਇਹਦੀ ਬੜੀ ਲੰਬੀ ਹੈ ਵਿਚ ਆਈਲ ਗੋ ਫॉर दैट, ਮਗਰ ਚੂੰਕਿ ਅਸੀਂ ਸੋਲੂਸ਼ਨਸ ਤੋਂ ਗੱਲ ਕੀਤੀ ਹੈ ਤੇ ਸੋਲੂਸ਼ਨਸ ਦੇ ਉੱਤੇ ਮੈਂ ਦੁਬਾਰਾ ਇਹਦੇ ਤੇ ਜ਼ੋਰ ਪਾਉਂਦੀ ਹਾਂ ਕਿ ਲੈਕ ਆਫ ਸਟ੍ਰੈਟੇਜੀ, ਹੋਰ ਕੁਝ ਨਹੀਂ ਹੈ। and that should be on long time basis. Extremist both जगह है ने, दो state policy peace deal बनानी पेगी, full rights to both human beings आसी, Palestine भी human being ने ਇਹ ਕੀ ਹੈ ਕਿ ਉੱਠੋ ਤੇ ਉਹਨਾਂ ਦੇ ਬੱਚਿਆਂ ਨੂੰ ਮਾਰ ਦਿਓ, ਉੱਠੋ ਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਨੇ ਔਰਤਾਂ ਉਹਨਾਂ ਨੂੰ ਰੇਪ ਕਰੋ, ਉੱਠੋ ਤੇ ਜਿਹੜੇ ਉਹਨਾਂ ਦੇ ਨੌਜਵਾਨ ਨੇ ਉਹਨਾਂ ਨੂੰ ਦਰਖਤਾਂ ਤੇ ਲਟਕਾ ਦਿਓ। what is that kind of thing? holy sites fine, ਹੋਲੀ ਸਾਈਟਸ ਇੱਕ ਤੁਸੀਂ ਜਿਹੜਾ ਜੈਰੂਸਲਮ ਨੂੰ ਪਾਸੇ ਰੱਖ ਦਿਓ, ਉੱਥੇ ਸਾਰੇ ਜਾਂਦੇ ਨੇ ਔਰ ਜਾਣ। ਸੋ ਇਹ ਇੱਕ ਸਮਝੌਤਾ ਹੋਣਾ ਚਾਹੀਦਾ ਜਿਹਦੇ ਵਿੱਚ ਯੂਐਨਓ ਤੇ ਚਲੋ ਯੂਐਨਓ ਨੇ ਕੀ ਕੀਤਾ ਕਦੀ, ਯੂਐਨਓ ਦਾ ਕੋਈ ਕੰਮ ਸਿੱਧਾ ਨਹੀਂ ਹੁੰਦਾ। ਹਾਂ ਅਮਰੀਕਾ ਚੂੰਕਿ ਇਹ ਸ਼ਹਿ ਦਿੰਦਾ ਇਹਨੂੰ ਤੇ ਯੂਕੇ ਲੋਕਾਂ ਨੂੰ ਬੈਠਣਾ ਚਾਹੀਦਾ ਹੈ ਔਰ ਟਰਕੀ ਔਰ ਈਰਾਨ ਜਿਹੜੇ ਕਿ ਜ਼ਬਰਦਸਤ ਥੋੜਾ ਜਿਹਾ ਬਿਹਤਰ ਨੇ ਬਾਕੀਆਂ ਨਾਲੋਂ। ਠੀਕ ਹੈ ਤੁਹਾਡੇ ਅਮਰੀਕਾ ਦੇ ਨਾਲ ਸਾਰੇ ਏਜੰਡੇ ਹੈਗੇ ਨੇ, ਤੁਸੀਂ ਉਹਨਾਂ ਕੋਲੋਂ ਹਥਿਆਰ ਲੈਣੇ ਨੇ ਜਾਂ ਜੋ ਵੀ ਕਰਨਾ ਜਾਂ ਤੁਸੀਂ ਉਹਨਾਂ ਕੋਲੋਂ ਲੈਣੀ ਹੈ ਸਾਰੀ ਮਦਦ, ਬਟ ਐਟ ਦ ਸੇਮ ਟਾਈਮ ਯੂ ਕੈਨ ਨਾਟ ਇਗਨੋਰ ਇੱਕ ਹਿਊਮੈਨਿਟੀ ਦੇ ਇੱਕ ਇਸ਼ੂ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਸੋ ਇਹ ਤੇ ਚਲੋ ਹੋਈ ਗੱਲ। ਬਾਕੀ ਦੋ ਕੌਮਾਂ ਦੀ ਜੰਗ ਮੈਂ ਆਈ ਗੋ ਬੈਕ ਟੂ the 1000 years back or 5000 years back ਕਿ ਦੋ ਐਥਨਿਕ ਗਰੁੱਪ ਨੇ, ਫਿਲਸਤੀਨੀ ਤੇ ਯਹੂਦੀ। ਮੈਂ ਜਿਸ ਅੱਗੇ ਵੀ ਕਿਹਾ ਕਿ ਇਜ਼ਰਾਈਲ ਤੇ ਮੈਪ ਚ ਦਿਖਦਾ ਔਰ ਫਿਲਸਤੀਨ ਤੇ ਮੈਪ ਹੈ ਹੀ ਨਹੀਂ, ਉਹਨੂੰ ਲੱਭਣਾ ਔਖਾ ਹੈ ਕਿਉਂਕਿ ਇਟਸ ਨਾਟ ਅ ਕੰਸੋਲੀਡੇਟਡ ਮੁਲਕ। ਇਹਨੂੰ ਫਿਲਸਤੀਨ ਨੂੰ ਲੱਭਣਾ ਹੋਵੇ ਤੇ ਕਿੱਥੇ ਲੱਭੋਗੇ, ਹੈ ਹੀ ਨਹੀਂ ਕਿਤੇ। ਸੋ ਕੀ ਹੈਗਾ ਕਿ ਪੈਲਸਟਾਈਨ ਜਿਹੜਾ ਉਹ ਅੱਜ ਤੋਂ ਅਗਰ ਅਸੀਂ ਪੁਰਾਣਾ ਦੇਖੀਏ ਤੇ 1.5 million years old ਫਿਲਸਤੀਨ, ਜਿਹਦੇ ਕਿ 1.5 million years ਜਿਹੜੇ ਨੇ ਉਹਦੀ ਸਭਿਅਤਾ ਜਿਹੜੀ ਉਦੋਂ ਤੋਂ ਚੱਲਦੀ ਹੈ ਜਦੋਂ ਕਿ ਬੰਦਾ ਜਿਹੜਾ ਹੈ ਹੋਮੋ ਇਰੈਕਟਸ ਸੀਗਾ। ਅਸੀਂ ਪੂਰੇ ਬੰਦੇ ਵੀ ਨਹੀਂ ਸਾਂ ਬਣੇ ਜਿਹੜੇ ਅੱਜ ਦੀ ਹਾਲਾਤ ਹੈਗੀ ਹੋਮੋ ਸੇਪੀਅਨ। ਇਹ ਵੀ ਸਾਡਾ ਮਤਲਬ ਅੱਜ ਦਾ ਮਨੁੱਖ ਨੂੰ ਸਾਇੰਟੀਫਿਕ ਤਰੀਕੇ ਨਾਲ ਹੋਮੋ ਸੇਪੀਅਨ ਕਿਹਾ ਜਾਂਦਾ ਹੈ, ਪਰ ਜਿਹੜਾ ਹੋਮੋ ਇਰੈਕਟਸ ਸੀਗਾ ਇਸ ਤੋਂ ਪਹਿਲੇ ਦਾ, ਸਾਡੇ ਤੋਂ ਪਹਿਲੇ ਦਾ ਬੰਦਾ ਜਿਹੜਾ ਉਹਦੇ ਵੀ ਜਿਹੜੇ ਨੇ ਅਵਸ਼ੇਸ਼ ਉਹ ਉੱਥੋਂ ਮਿਲੇ ਨੇ। ਸੋ ਇਟ ਮੀਨਸ ਇਟਸ ਸੱਚ ਅ ਓਲਡ ਸਭਿਅਤਾ। ਫਿਰ 5 ਲੱਖ ਵਰੇ ਤੋਂ ਹਿਊਮਨ ਦੀਆਂ ਕਈ ਬਰੀਅਲਸ ਲੱਭੇ, 10,000 ਤੋਂ 5,000 ਸਾਲ ਪਹਿਲੇ ਜੈਰੀਕੋ ਲੱਭਿਆ। ਜਿਸ ਤਰ੍ਹਾਂ ਮੈਂ ਪਹਿਲੇ ਜੈਰੀਕੋ ਦੀ ਗੱਲ ਕੀਤੀ ਹੈ, ਜੈਰੀਕੋ ਇਟਸ ਦ ਓਲਡੈਸਟ ਸਿਟੀ ਆਫ ਦ ਵਰਲਡ ਔਰ ਮੈਂ ਉਹਨੂੰ ਦੇਖ ਕੇ ਆਈ ਹਾਂ। ਮੈਨੂੰ ਆਈ ਐਮ ਸੋ ਹੈਪੀ ਐਂਡ ਆਈ ਐਮ ਸੋ ਲੱਕੀ ਟੂ ਗੈਟ ਇਟ। ਉੱਥੇ ਪੁਰਾਣੀਆਂ ਕੰਧਾਂ, ਸ਼ਰਾਈਨਸ, ਟਾਵਰਸ ਲੱਭੇ ਨੇ, ਪੌੜੀਆਂ ਲੱਭੀਆਂ ਨੇ, ਕਿੰਨਾ ਕੁਛ ਲੱਭਿਆ। ਤੇ ਇਸ ਨੂੰ ਦੇਖਣ ਲਈ ਤੇ ਮੈਂ ਫਿਲਸਤੀਨ ਚਲੀ ਗਈ ਔਰ ਇਜ਼ਰਾਈਲ ਵੀ ਦੇਖਿਆ ਔਰ ਜੈਰੂਸਲਮ ਵੀ ਦੇਖੇ। ਹੁਣ ਅਸੀਂ ਉਹਨਾਂ 1.5 ਮਿਲੀਅਨ ਤੋਂ ਕਰਦੇ ਅਸੀਂ 5 ਲੱਖ ਸਾਲ ਤੇ ਆਉਂਦੇ ਹਾਂ, ਫਿਰ 10 ਲੱਖ ਸਾਲ ਤੇ ਆਉਂਦੇ ਹਾਂ, ਫਿਰ ਅਸੀਂ ਬ੍ਰੌਂਜ਼ ਏਜ ਵਿੱਚ ਆਉਂਦੇ ਹਾਂ ਜਦੋਂ ਕਿ ਪੈਲਸਟਾਈਨ ਨੂੰ ਕੈਨਾਨ ਸਿਟੀ ਕਹਿੰਦੇ ਸਨ। ਉਸ ਤੋਂ ਬਾਅਦ ਫਿਰ ਆਇਰਨ ਏਜ ਆਈ। ਆਇਰਨ ਏਜ ਵਿੱਚ ਹੀਬਰੂ ਤੇ ਬਾਈਬਲ ਚ ਬੜੀਆਂ ਸਟੋਰੀਜ਼ ਔਰ ਮਿਥਸ ਮਿਲਦੀਆਂ ਨੇ ਕਿ ਫਿਲਸਤੀਨ ਹੁੰਦੇ ਸਨ, ਮਗਰ ਉਹਨਾਂ ਨੇ ਬਾਈਬਲ ਨੇ ਵੀ, ਓਲਡ ਬਾਈਬਲ ਨੇ ਫਿਲਸਤੀਨ ਨੂੰ ਅੱਛੇ ਸ਼ਬਦਾਂ ਚ ਨਹੀਂ ਦੱਸਿਆ, ਜਿਹਦੀ ਵਜ੍ਹਾ ਕਰਕੇ ਸਾਰੇ ਲੋਕ ਫਿਲਸਤੀਨ ਲੋਕਾਂ ਨੂੰ ਨਕਾਰਦੇ ਰਹੇ। ਫਿਰ ਯਹੂਦੀਆਂ ਤੇ ਫਿਲਸਤੀਨੀਆਂ ਦੀਆਂ ਗੱਲਾਂ ਉਦੋਂ ਤੋਂ ਹੀ ਚਲੀਆਂ ਆ ਰਹੀਆਂ ਨੇ। ਉਸ ਤੋਂ ਬਾਅਦ ਅਸੀਰੀਅਨ ਆਏ, ਬੈਬੀਲੋਨੀਅਨ ਆਏ, ਪਰਸ਼ੀਅਨ ਆਏ, ਫਿਊਨੀਸ਼ੀਅਨ ਆਏ, ਅਰਬ ਆਏ, ਫਿਰ ਅਲੈਗਜ਼ੈਂਡਰ ਦਾ ਟਾਈਮ ਆਇਆ, ਫਿਰ ਰੋਮਨ ਆਏ। ਫਿਰ ਰੋਮਨ ਤੋਂ ਬਾਅਦ ਤੁਹਾਡੇ ਰੋਮਨ ਦੇ ਟਾਈਮ ਦੇ ਉੱਤੇ, ਰੋਮਨਸ ਤੋਂ ਪਹਿਲੇ ਬੇਸਿਕਲੀ ਬੈਬੀਲੋਨੀਅਨਸ ਦੇ ਟਾਈਮ ਤੋਂ ਪਹਿਲੇ, ਯਾਨੀ ਤੁਸੀਂ ਸਮਝ ਲਓ ਕਿ 4,000 ਸਾਲ ਤੋਂ ਪਹਿਲੇ ਵਿੱਚ ਜਿਹੜੇ ਨੇ ਬੈਬੀਲੋਨੀਅਨ ਆਏ ਸਨ ਔਰ ਬੈਬੀਲੋਨੀਅਨ ਮੀਸੋਪੋਟਾਮੀਆ ਦੇ ਨੇ। ਉਹ ਜਦੋਂ ਆਏ 615 BC ਸੀਗੀ ਕੋਈ, ਔਰ ਉਦੋਂ ਉਹਨਾਂ ਨੇ ਜਿਹੜਾ ਇਜ਼ਰਾਈਲੀ ਲੋਕਾਂ ਨੇ ਟੈਂਪਲ ਬਣਾਇਆ ਸੀ, ਪਹਿਲਾ ਟੈਂਪਲ, ਉਹ ਉਹਨਾਂ ਤੋੜਿਆ ਸੀ। ਦੂਸਰਾ ਟੈਂਪਲ ਬਣਿਆ ਤੇ ਉਹਨੂੰ ਤੋੜਿਆ ਰੋਮਨਸ ਨੇ। ਉਹ that happened like 70 AD ਚ ਹੋਇਆ ਸੀ ਉਹ। ਮਤਲਬ ਕਿ ਅਸੀਂ ਇਸ ਜਾਰਜੀਅਨ ਜਿਹੜਾ ਕੈਲੰਡਰ ਹੈ ਉਹਦੇ ਮੁਤਾਬਕ ਅਸੀਂ 70 ਈਸਵੀ ਚ ਪਹੁੰਚ ਚੁੱਕੇ ਸਾਂ। ਤੋ ਇਹ ਜੂਇਸ਼ ਤੇ ਇਹਨਾਂ ਦੀ ਜਿਹੜੀ ਇਹ ਜੂਇਸ਼ ਕਹਿੰਦੇ ਨੇ ਕਿ ਇਹ ਸਾਡਾ ਹੋਮਲੈਂਡ ਹੈ। ਫਾਈਨ, ਸਾਡੇ ਇਬਰਾਹਿਮ ਨੂੰ ਖਾਬ ਆਇਆ ਕਿ ਇਹ ਸਾਡੀ ਜਗ੍ਹਾ ਹੈ।
ਅਬਰਾਹਿਮ ਜਿਹੜੇ ਨੇ ਉਹ ਪਿਤਾਮਾ ਰਹੇ ਨੇ ਤਿੰਨੋਂ ਜਿਹੜੀਆਂ ਨੇ ਮੁਸਲਿਮ ਜਿਹੜੇ ਜੂਡਾਇਜ਼ਮ ਕ੍ਰਿਸਚੀਅਨਿਟੀ ਇਸਲਾਮ ਤਿੰਨਾਂ ਦੇ ਉਹ ਡਾਕਟਰ ਰਾਣੀ ਮੈਂ ਅੱਗੇ ਵਧਣ ਤੋਂ ਪਹਿਲਾਂ ਨਾ ਤੁਹਾਡੀ ਕਿ ਆਈ ਵਾਂਟ ਟੂ ਕਿ ਤੁਸੀਂ ਪੂਰੀ ਹਿਸਟਰੀ ਦੱਸੋ ਇਸ ਜਗ੍ਹਾ ਤੇ ਮੈਂ ਸਲਮਾਨ ਜੀ ਤੋਂ ਇਹ ਸਵਾਲ ਕਰਦੀ ਸਲਮਾਨ ਜੀ ਫਿਲਿਸਤੀਨ ਦਾ ਨਾਂ ਜਿਵੇਂ ਡਾਕਟਰ ਰਾਣੀ ਨੇ ਹੁਣੇ ਤੁਹਾਨੂੰ ਦੱਸਿਆ ਕਿ ਮੈਪ ਤੋਂ ਵੀ ਹਟਾ ਦਿੱਤਾ ਗਿਆ ਸੋ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਕੀ ਵਿਚਾਰ ਹੈ ਤੁਹਾਡਾ ਕਿ ਇਹ ਅਜਿਹਾ ਕਰਨਾ ਸਹੀ ਸੀਗਾ ਜਾਂ ਗਲਤ ਸੀਗਾ ਕੀ ਵਿਚਾਰ ਹੈ ਤੁਹਾਡੇ ਇਹਦਾ ਨਾਂ ਕਹਿ ਰਹੇ ਹੋ ਸੌਰੀ ਫਲਸਤੀਨ ਦਾ ਹਾਂਜੀ ਫਲਸਤੀਨ ਜਿਹੜੀ ਹੈ ਫਲਸਤੀਨ ਦਾ ਨਾਂ ਹਟਾ ਨਹੀਂ ਸਕਦੇ ਫਲਸਤੀਨ ਦਾ ਤੇ ਜਿਹੜਾ ਇਸਰਾਇਲ ਜਿਹੜਾ ਪੂਰੀ ਸਟੇਟ ਹੈਗੀ ਹੈ ਉਹ ਸਾਰੀ ਫਲਸਤੀਨ ਦਾ ਏਰੀਆ ਹੈ ਹਾਂ ਬਿਲਕੁਲ ਹਾਂਜੀ ਉਹ ਤੇ ਨਾਂ ਮੈਪ ਤੋਂ ਹਟਾ ਦਿੱਤਾ ਗਿਆ ਹਟਾ ਨਹੀਂ ਦਿੱਤਾ ਗਿਆ ਇਹਨਾਂ ਨੇ ਜੋ ਯਹੂਦੀਆਂ ਨੇ ਜਦੋਂ ਇਜ਼ਰਾਈਲ ਲੈ ਲਿਆ ਸਾਰਾ ਤੇ ਉਹਨਾਂ ਨੇ ਆਪਣੀ ਇਜ਼ਰਾਈਲ ਨਾਂ ਪਾਤਾ ਤੇ ਫਿਲਸਤੀਨ ਦੀਆਂ ਬਸਤੀਆਂ ਰਹਿ ਗਈਆਂ ਸੋ ਉਹਨਾਂ ਦਾ ਨਾਮ ਆਪਣੇ ਆਪ ਹੀ ਹਟ ਗਿਆ ਹਾਂ ਉਸ ਤਰ੍ਹਾਂ ਕਹਿ ਸਕਦੇ ਕਿ ਹਟ ਗਿਆ ਮਗਰ ਇਹ ਹੀ ਹੈਗੀ ਨਾ ਕਿ ਜਿਸ ਤਰ੍ਹਾਂ ਹੁਣ ਅਮਰੀਕਾ ਦੀ ਸ਼ੈ ਮਿਲਦੀ ਹੈ ਇਸਰਾਈਲ ਨੂੰ ਉੱਤੇ ਹੋਰ ਦੂਸਰੀ ਵੈਸਟ ਕੰਟਰੀਜ਼ ਦੀ ਮਿਲਦੀ ਹੈ ਸ਼ੈ ਤੇ ਉਹਦੇ ਵਿੱਚ ਜਿਹੜਾ ਉਹਦੇ ਤੋਂ ਉਹਨੇ ਫਾਇਦਾ ਉਠਾਇਆ ਇਸਰਾਈਲ ਨੇ ਉਹ ਮਜ਼ੀਦ ਫਾਇਦਾ ਉਠਾ ਰਿਹਾ ਉਸੇ ਵਜ੍ਹਾ ਨਾਲ ਉਹ ਜਿਹੜੀ ਸ਼ੈ ਮਿਲਦੀ ਪਈ ਹੈ ਨਾ ਜਿਹੜੀ ਉਹਦੀ ਵਜ੍ਹਾ ਨਾਲ ਹੀ ਸਾਰਾ ਕੰਮ ਕਰਦਾ ਪਿਆ ਹੁਣ ਇੱਥੇ ਵੀ ਤੁਸੀਂ ਦੇਖੋ ਜਿਹੜੇ ਇੱਥੇ ਪੋਲੀਟੀਸ਼ੀਅਨਸ ਵੀ ਜਿਹੜੇ ਹੈਗੇ ਨੇ ਕਾਂਗਰਸਮੈਨ ਕੁਛ ਹੈਗੇ ਨੇ ਉਹਨਾਂ ਨੇ ਮਤਲਬ ਕਿ ਸੈਨੇਟਰਸ ਵੀ ਹੈਗੇ ਨੇ ਉਹਨਾਂ ਨੇ ਕੁਛ ਲੋਕਾਂ ਨੇ ਜਿਹੜਾ ਬਿਆਨ ਵੀ ਉਹਨਾਂ ਨੇ ਸਟੇਟਮੈਂਟਸ ਵੀ ਦਿੱਤੀਆਂ ਟਵੀਟ ਕੀਤੇ ਇਸਰਾਈਲ ਦੇ ਮਤਲਬ ਕਿ ਹੱਕ ਦੇ ਵਿੱਚ ਤੇ ਮਤਲਬ ਇਸਰਾਈਲ ਆਪਣਾ ਡਿਫੈਂਸ ਕਰ ਰਿਹਾ ਬਚਾ ਰਿਹਾ ਫਿਰ ਅਸੀਂ ਲੋਕਾਂ ਨੇ ਜਿਸ ਲਈ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੀ ਕੁਛ ਜਿਹੜੇ ਹੈਗੇ ਨੇ ਇਲੈਕਟਿਡ ਅਫੀਸ਼ੀਅਲਸ ਉਹਨਾਂ ਨੇ ਆਪਣੀ ਸਟੇਟਮੈਂਟਸ ਰਿਵਰਸ ਵੀ ਕੀਤੀਆਂ ਟਵੀਟ ਜਿਹੜੇ ਉਹਨਾਂ ਨੇ ਰਿਵਰਸ ਵੀ ਕੀਤੇ ਐਸੇ ਕਿ ਸਭ ਕੁਝ ਉਹਨਾਂ ਦੇ ਸਾਹਮਣੇ ਨਜ਼ਰ ਆ ਰਿਹਾ ਹੈ ਔਰ ਹੁਣ ਇਹਦੇ ਬਾਰੇ ਦੇ ਵਿੱਚ ਜਿਹੜਾ ਹੁਣ ਜਿਹੜਾ ਤੁਸੀਂ ਦੇਖਿਆ ਹੋਏਗਾ ਕਿ ਨਿਊਯਾਰਕ ਚ ਵੀ ਤੇ ਦੂਸਰੀ ਸਟੇਟਸ ਦੇ ਵਿੱਚ ਵੀ ਕਾਫੀ ਜ਼ਿਆਦਾ ਇਸ ਚੀਜ਼ ਨੂੰ ਚੁੱਕਿਆ ਗਿਆ ਲੋਕਾਂ ਨੇ ਜਿਹੜਾ ਮੁਸਲਮਾਨਾਂ ਨੇ ਚੁੱਕਿਆ ਇਸ ਚੀਜ਼ ਨੂੰ ਮੁਸਲਮਾਨਾਂ ਨੇ ਨਹੀਂ ਬਲਕਿ ਸਾਰੇ ਮਿਲ ਗਏ ਉਹਦੇ ਵਿੱਚ ਹਾਂ ਉਹ ਇੰਡੀਅਨ ਵੀ ਮਿਲ ਗਏ ਇੱਥੋਂ ਦੇ ਅਮਰੀਕਨ ਵੀ ਮਿਲ ਗਏ ਕਾਲੇ ਵੀ ਮਿਲ ਗਏ ਸਪੈਨਿਸ਼ ਵੀ ਮਿਲ ਗਏ ਵਿੱਚ ਔਰ ਉਹ ਮਤਲਬ ਕਿ ਉਹ ਰੈਲੀਜ਼ ਬੜੀਆਂ ਵੱਡੀਆਂ ਰੈਲੀਜ਼ ਹੋ ਰਹੀਆਂ ਨੇ ਹੁਣ ਸਾਡੇ ਲੌਂਗ ਆਈਲੈਂਡ ਦੇ ਵਿੱਚ ਕੁਝ ਦਿਨ ਪਹਿਲੇ ਜਿਹੜਾ ਰੈਲੀ ਹੋਈ ਸੀ ਕਾਰ ਰੈਲੀ ਹੋਈ ਸੀ ਜਿਹਦੇ ਵਿੱਚ 200 ਤੋਂ ਜ਼ਿਆਦਾ ਕਾਰਾਂ ਸੀ ਜਿਨ੍ਹਾਂ ਨੇ ਆਪਣਾ ਰੈਲੀ ਜਿਹਦੇ ਵਿੱਚ ਇਹਨਾਂ ਨੇ ਕੀਤੀ ਤੇ ਉਹ ਐਵੇਂ ਕਿ ਹੁਣ ਇਹ ਚੀਜ਼ਾਂ ਜਿਸ ਤੇ ਹੋਣਗੀਆਂ ਜ਼ਿਆਦਾ ਤੇ ਉਹਦੇ ਵਿੱਚ ਇਹਨਾਂ ਤੇ ਆਪਣਾ ਅਮਰੀਕਾ ਤੇ ਵੀ ਇਸਰਾਈਲ ਤੇ ਵੀ ਜਿਸਲੇ ਪੁਸ਼ ਕੀਤਾ ਜਾਏਗਾ ਤੇ ਹੋ ਸਕਦਾ ਕਿ ਕੋਈ ਚੀਜ਼ਾਂ ਚੇਂਜ ਹੋ ਜਾਣ ਔਰ ਹੋਣੀਆਂ ਵੀ ਚਾਹੀਦੀਆਂ ਐਸੇ ਕਿ ਇਹ ਸਿਲਸਿਲਾ ਅਗਰ ਚੱਲਦਾ ਰਿਹਾ ਤੇ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਨਾ ਜਿਹੜੇ ਗਰੀਬ ਫਲਸਤੀਨੀ ਜਿਹੜੇ ਹੈਗੇ ਨੇ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈਗਾ ਉਹਨਾਂ ਕੋਲ ਪੱਥਰ ਹੈਗੇ ਪੱਥਰ ਮਾਰਦੇ ਨੇ ਸਿਰਫ ਮਤਲਬ ਬੰਬ ਦੇ ਜਵਾਬ ਦੇ ਵਿੱਚ ਪੱਥਰ ਮਾਰਦੇ ਨੇ ਜਾਂ ਕੋਈ ਰਾਕਟ ਹੈਗੇ ਨੇ ਜਿਹੜੇ ਕਿ ਆਪਣਾ ਜਿਨ੍ਹਾਂ ਨੂੰ ਹਮਾਸ ਕਹਿੰਦੇ ਨੇ ਉਹਨਾਂ ਦੇ ਕੋਲ ਮਗਰ ਇਹ ਕਿ ਉਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਉਹਨਾਂ ਨੂੰ ਕੁਝ ਦਿੱਤਾ ਹੀ ਨਹੀਂ ਜਾਂਦਾ ਹੋਰ ਤਾਂ ਕਿ ਉਹ ਆਪਣਾ ਡਿਫੈਂਸ ਨਾ ਕਰ ਸਕਣ ਤੇ ਇਹ ਸਾਰੀ ਪਲੈਨਿੰਗ ਹੈਗੀ ਹੈ ਇਹ ਪਲੈਨਿੰਗ ਦੇ ਤੌਰ ਤੇ ਸਾਰਾ ਚੱਲਦਾ ਪਿਆ ਹਰ ਚੀਜ਼ ਚੱਲਦੀ ਪਈ ਹੈ ਤਾਂ ਕਿ ਇਸਰਾਈਲ ਨੂੰ ਜਿਹੜਾ ਕੁਝ ਨਾ ਹੋਵੇ ਤੇ ਇਹਦੇ ਵਿੱਚ ਜਿਹੜਾ ਫਲਸਤੀਨ ਦਾ ਨਾਂ ਜਿਹੜਾ ਹਟਾਉਣ ਦਾ ਜਿਹੜਾ ਸਿਲਸਿਲਾ ਜਿਹੜਾ ਹੈਗਾ ਉਹ ਫਲਸਤੀਨ ਦਾ ਨਾਂ ਹਟੇਗਾ ਨਹੀਂ ਬਲਕਿ ਹੁਣ ਹੋਰ ਜ਼ਿਆਦਾ ਉੱਪਰ ਕੇ ਆਏਗਾ ਬਿਲਕੁਲ ਥੈਂਕ ਯੂ ਸੋ ਮਚ ਸਲਮਾਨ ਜੀ ਥੈਂਕ ਯੂ ਸੋ ਮਚ ਸੋ ਡਾਕਟਰ ਰਾਣੀ ਜਿੱਦਾਂ ਕਿ ਤੁਸੀਂ ਵੀ ਗੱਲ ਕਰ ਰਹੇ ਹੋ ਤੇ ਹੁਣ ਇਹਨਾਂ ਨੇ ਸਲਮਾਨ ਜੀ ਨੇ ਵੀ ਕਿਹਾ ਕਿ ਫਿਲਿਸਤੀਨ ਵਿਚਾਰੇ ਪੱਥਰ ਹੀ ਮਾਰਦੇ ਨੇ ਉਹਨਾਂ ਦੇ ਕੋਲ ਉਹ ਤਾਂ ਗਰੀਬ ਜਿਹੇ ਲੋਕ ਹਨ ਉਹਨਾਂ ਦੇ ਕੋਲ ਹਥਿਆਰ ਵੀ ਨਹੀਂ ਹੈ ਤੇ ਫਿਰ ਕੀ ਵਜ੍ਹਾ ਕੀ ਹੈ ਕਿ ਇਜ਼ਰਾਈਲ ਇੰਨਾ ਪਾਵਰਫੁਲ ਕਿਸ ਤਰ੍ਹਾਂ ਹੋ ਗਿਆ ਇਹ ਯੂਐਸ ਜਿਹੜਾ ਹੈ ਸਿਰਫ ਇਜ਼ਰਾਈਲ ਦੀ ਹੀ ਹੈਲਪ ਕਿਉਂ ਕਰ ਰਿਹਾ ਔਰ ਇੱਕ ਤੁਸੀਂ ਇਹਦੀ ਜਿਹੜੀ ਕਹਾਣੀ ਹੈ ਸਿਲਸਿਲਾ ਹੋਇਆ ਕਦੋਂ ਸ਼ੁਰੂ ਕਿਉਂ ਹੋਇਆ ਇਹ ਜ਼ਰੂਰ ਤੁਸੀਂ ਡਿਟੇਲ ਦੱਸੋ ਪ੍ਰੀਤ ਇਜ਼ਰਾਈਲ ਦਾ ਅਗਰ ਤੁਸੀਂ ਪਰਸੋਂ ਤਰਸੋਂ ਨਾ ਦੇਖੋ ਤੇ ਕੈਨਾਨ ਸੀ ਕੁਝ ਸਦੀਆਂ ਪਹਿਲੇ ਕੈਨਾਨ ਕਹਿੰਦੇ ਸਨ ਤੇ ਜਿਹੜੇ ਇਹਨਾਂ ਦੇ ਪਿਤਾਮਾ ਸਨ ਅਬਰਾਹਮ ਉਹਨਾਂ ਨੂੰ ਸੁਪਨਾ ਆਇਆ ਸੀ ਕਿ ਉਹਨਾਂ ਨੇ ਕੈਨਾਨ ਜਾਣਾ ਉਹੀ ਉਹਨਾਂ ਦਾ ਪ੍ਰੋਮਿਸ ਲੈਂਡ ਹੈ ਅੱਛਾ ਆਸਤਾ ਅਗਰ ਕੱਲ ਦਾ ਤੁਸੀਂ ਨਾ ਲਓ ਤੇ ਕੱਲ ਉਹ ਫਿਲਸਤੀਨ ਬਣ ਗਿਆ ਉਹੀ ਕੈਨਾਨ ਫਿਲਸਤੀਨ ਬਣ ਗਿਆ ਔਰ ਅਗਰ ਅੱਜ ਕੋ ਅੱਜ ਉਹ ਇਜ਼ਰਾਈਲ ਹੈ ਸੋ ਕਿਸੇ ਨੇ ਨਾ ਹਟਾਇਆ ਨਹੀਂ ਇਹ ਕਿ ਜਿਹੜਾ ਪਾਵਰਫੁਲ ਹੁੰਦਾ ਹੈ ਉਹਦਾ ਉਹੀ ਸਬਜੈਕਟ ਉੱਭਰ ਕੇ ਆਉਂਦਾ ਉਹੀ ਉੱਭਰ ਗਿਆ ਸੋ ਜੀ ਤੇ ਉਹ ਇਸ ਕਰਕੇ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਕੋਲ ਹੈ ਹੀ ਨਹੀਂ ਗਰੀਬ ਗੁਰਬਿਆਂ ਕੋਲ ਸਵੇਰ ਦਾ ਖਾਣਾ ਤੇ ਰਾਤ ਦਾ ਖਾਣਾ ਨਹੀਂ ਹੈ ਉਹਨਾਂ ਦੇ ਅਗਰ ਘਰ ਨੇ ਤੇ ਦੀਵਾਰਾਂ ਨੇ ਤੇ ਛੱਤ ਨਹੀਂ ਹੈ ਸੋ ਜਿਹੜਾ ਆਉਂਦਾ ਯਹੂਦੀ ਜਿਸ ਲਈ ਆਉਂਦੇ ਨੇ ਦਿਲ ਕਰਦਾ ਤੇ ਉਹ ਆਪਣੀਆਂ 에ਅਰ ਸਟ੍ਰਾਈਕਸ ਕਰ ਜਾਂਦੇ ਨੇ ਉੱਪਰੋਂ ਡਰੋਨ ਦੇ ਥਰੂ ਬੰਬ ਮਾਰ ਜਾਂਦੇ ਨੇ ਜਾਂ 에ਅਰ ਸਟ੍ਰਾਈਕ ਕਰਕੇ ਬੰਬ ਮਾਰ ਜਾਂਦੇ ਨੇ ਪੂਰੀਆਂ ਦੀਆਂ ਪੂਰੀਆਂ ਬਸਤੀਆਂ ਉਡਾ ਜਾਂਦੇ ਨੇ
ਤੇ ਪੈਲਸਟਾਈਨ ਪੂਰਾ ਇਲਾਕਾ ਉਹਨਾਂ ਦਾ ਸੀ ਫਿਲਸਤੀਨੀਆਂ ਦਾ, ਉਹ ਸਾਰਾ ਆਸਾ ਹੜਪ ਕਰਕੇ ਇਹਨਾਂ ਨੇ ਪੂਰਾ ਇਜ਼ਰਾਈਲ ਬਣਾ ਲਿਆ ਹੈ। ਔਰ ਜਿਹੜੀਆਂ ਅਗਰ ਤੁਸੀਂ ਨਕਸ਼ਾ ਦੇਖੋ, ਨਕਸ਼ੇ 'ਚ ਜਿਹੜਾ ਪੈਲਸਟਾਈਨ ਹੈ ਉਹ ਹੈਗਾ ਤੁਸੀਂ ਉਹਨੂੰ ਲੱਭੋ ਤੇ ਇਹ ਮੈਡੀਟੇਰੀਅਨ ਸੀ ਹੈ ਇੱਕ ਪਾਸੇ, ਦੂਜੇ ਪਾਸੇ ਜਾਰਡਨ ਰਿਵਰ ਹੈ। ਔਰ ਜਿਹੜੇ ਆਸ-ਪਾਸ ਉੱਪਰ ਹੈ ਲੈਬਨਾਨ ਹੈ, ਫਿਰ ਸੀਰੀਆ ਉੱਪਰ, ਜਾਰਡਨ ਇੱਕ ਪਾਸੇ, ਈਸਟ ਵਾਲੇ ਪਾਸੇ ਜਾਰਡਨ ਆ ਜਾਂਦਾ, ਥੱਲੇ ਸਾਊਥ ਵਿੱਚ ਈਜਿਪਟ ਆ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਸਾਰਿਆਂ ਮੁਲਕਾਂ ਦੇ ਨਾਲ ਆਸ-ਪਾਸ ਘਿਰਿਆ ਪਿਆ। ਐਂਡ ਜਿਸ ਤਰ੍ਹਾਂ ਮੈਂ ਪ੍ਰੀ ਹਿਸਟੋਰਿਕ ਟਾਈਮ ਤੋਂ ਦੱਸਿਆ ਕਿ ਇਹ ਲੋਕ ਪਹਿਲੇ ਫਿਊਨੀਸ਼ੀਅਨ ਸਨ ਜਾਂ ਗ੍ਰੀਕੀ ਕਬੀਲੇ ਹੁੰਦੇ ਸਨ, ਪਰ ਆਸਤਾ ਆਸਤਾ ਮਿਡਲ ਈਸਟ ਆਸ-ਪਾਸ ਆ ਗਿਆ ਤੇ ਉਹ ਫਿਰ ਜਿਹੜੇ ਨੇ ਇਸਲਾਮਿਕ ਅੱਜ ਕੱਲ੍ਹ ਉਹਨਾਂ ਨੂੰ ਕਿਹਾ ਜਾਂਦਾ। ਹੁਣ ਤਿੰਨ ਜਿਹੜੇ ਨੇ ਜਿਹੜੀ ਐਥਨਿਕ ਗਰੁੱਪਸ ਨੇ, ਲਾਈਕ ਜੂਡਾਇਜ਼ਮ, ਕ੍ਰਿਸਚੈਨਿਟੀ ਔਰ ਇਸਲਾਮ, ਤਿੰਨਾਂ ਦਾ ਜਿਹੜਾ ਇਹਨਾਂ ਦਾ, ਜਿਹਨੂੰ ਕਿ ਹੁਣ ਇਸਰਾਈਲ ਦੀ ਰਾਜਧਾਨੀ ਘੋਸ਼ਿਤ ਕੀਤਾ ਗਿਆ ਹੈ, ਲਾਈਕ ਜੈਰੂਸਲਮ ਵਾਸ ਅ ਪਲੇਸ ਜਿੱਥੇ ਕਿ ਤਿੰਨੋਂ ਐਥਨਿਸਿਟੀ ਜਿਹੜੇ ਨੇ ਉਹਨਾਂ ਦੇ ਆਪਣੇ ਹੈਗੇ ਨੇ, ਉਹਨਾਂ ਦੀਆਂ ਕੋਈ ਨਾ ਕੋਈ ਵਜ੍ਹਾ ਹੈ। ਅਗਰ ਜਿਹੜਾ ਜੂਡਾਇਜ਼ਮ ਹੈ, ਉਹਨਾਂ ਨੇ ਸ਼ੁਰੂ ਤੋਂ ਜਿਹੜੇ ਇਜ਼ਰਾਈਲ ਜਿਊਸ਼ ਲੋਕ ਨੇ, ਇਹਨਾਂ ਨੇ ਆਪਣੇ 2 ਟੈਂਪਲ ਬਣਾਏ। ਉਹ ਦੋਨੋਂ ਟੈਂਪਲ ਜਿਹੜੇ ਨੇ ਬੈਬੀਲੋਨੀਅਨਸ ਨੇ ਤੋੜ ਦਿੱਤੇ, ਉਸ ਤੋਂ ਬਾਅਦ ਰੋਮਨਸ ਨੇ ਤੋੜ ਦਿੱਤੇ, ਤੇ ਤੀਸਰਾ ਟੈਂਪਲ ਉਹ ਬਣਾਉਣ ਦੀ ਫਿਰਾਕ 'ਚ ਨੇ, ਪਰ ਬਣਿਆ ਨਹੀਂ ਹਾਲੀ ਤੱਕ, ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਦਾ ਮਸੀਹਾ ਹਾਲੀ ਨਹੀਂ ਆਇਆ, ਜਿਸ ਮਸੀਹੇ ਦੀ ਉਹ ਵੇਟ ਕਰ ਰਹੇ ਨੇ ਕਿ ਉਹ ਜੈਰੂਸਲਮ ਦੇ 8ਵੇਂ ਗੇਟ ਚੋਂ, ਗੋਲਡਨ ਗੇਟ ਚੋਂ ਆਏਗਾ। ਜਿਹੜੇ ਅੰਗਰੇਜ਼ ਨੇ ਉਹ ਜਿਹੜੇ ਇੱਕ ਬੇਟੇ ਚੋਂ ਨਿਕਲੇ, ਇਹ ਜੇਕਬ ਚੋਂ ਨਿਕਲੇ, ਜੂਡਾਇਜ਼ਮ ਜੇਕਬ ਚੋਂ ਨਿਕਲੇ, ਔਰ ਇਹਨਾਂ ਦੇ 12 ਕਬੀਲੇ ਨੇ। ਤੇ ਜਿਹੜੇ ਅੰਗਰੇਜ਼ ਨੇ ਗੋਰੇ, ਜਿਹਨਾਂ ਨੂੰ ਤੁਸੀਂ ਕਹਿੰਦੇ ਹੋ, ਜੇ ਕ੍ਰਿਸਚੈਨਿਟੀ ਜਿਹਨੂੰ ਕਹਿੰਦੇ ਹੋ, ਈਸਾਈਅਤ ਕਹਿੰਦੇ ਹੋ ਜਿਹਨੂੰ, ਉਹ ਸਾਰੇ ਉਹ ਜਿਹੜੇ ਬੇਟੇ ਚੋਂ ਨਿਕਲੇ ਨੇ, ਉਹਨਾਂ ਨੇ ਆਪਣੀ, ਜਦੋਂ ਤੀਸਰਾ ਟੈਂਪਲ ਬਣਾਉਣਾ ਚਾਹੁੰਦੇ ਸੀ, ਜਿਹੜੇ 2 ਟੈਂਪਲ ਤਬਾਹ ਹੋਏ, ਉਹਨਾਂ ਦੀ ਜਿਹੜੀ ਜਗ੍ਹਾ ਖਾਲੀ ਸੀ, ਉਸ ਜਗ੍ਹਾ ਦੇ ਉੱਤੇ ਅਲ ਅਕਸਾ ਬਣੀ ਔਰ ਡੋਮ ਆਫ ਰੌਕ ਬਣਿਆ। ਡੋਮ ਆਫ ਰੌਕ ਜਿਹੜਾ ਉਹ ਇੱਕ ਸ਼ਰਾਈਨ ਹੈ, ਉਹਦੇ ਅੰਦਰ ਮਸਜਿਦ ਨਹੀਂ ਹੈ, ਉਹ ਸ਼ਰਾਈਨ ਹੈ। ਉਹਦੇ ਥੱਲੇ ਇੱਕ ਪੱਥਰ ਸੀਗਾ ਵੱਡਾ ਪਥਰੀਲਾ, ਜਿਹਨੂੰ ਕਿ ਕਹਿੰਦੇ ਸਨ ਕਿ ਯਹੂਦੀ ਕਿ ਇਹ ਸਾਡਾ ਫਾਊਂਡੇਸ਼ਨ ਹੈ ਫॉर द ਵਰਲਡ। ਉਹਦੇ ਉੱਤੇ ਹੀ ਜਦੋਂ ਆਪਣੇ ਮੁਹੰਮਦ ਨਬੀ ਪੈਦਾ ਹੋਏ 632 ਚ 692 ਚ ਉਹਨਾਂ ਦੀ ਡੈਥ ਹੁੰਦੀ ਹੈ, ਤੇ ਉਹ ਜਾਣ ਤੋਂ ਪਹਿਲੇ ਉਹਨਾਂ ਨੂੰ ਸੁਪਨਾ ਆਇਆ ਕਿ ਉਹ ਅਲ ਬੁਰਾਕ ਜਿਹੜਾ ਘੋੜਾ ਸੀ ਉਹਨਾਂ ਦੇ, ਉਹਦੇ ਉੱਤੇ ਚੜ ਕੇ ਉਹ ਇਸ ਜਗ੍ਹਾ ਤੋਂ ਜੰਨਤ ਚ ਗਏ। ਸੋ ਉੱਥੇ ਹੈਗੀ ਏ shrine, Dome of Rock, which is a beautiful shrine, और वो मेरे ख्याल च दुनिया च ऐसी चीज हैगी है ਜਿਹਦੇ ਕਿ ਸਭ ਤੋਂ ਜ਼ਿਆਦਾ ਕੈਮਰੇ ਦੇ ਵਿੱਚ ਉਹਦੀਆਂ ਫੋਟੋਜ਼ ਲਈਆਂ ਗਈਆਂ ਨੇ। ਖੂਬਸੂਰਤ ਡੋਮ ਆਫ ਰੌਕ ਤੁਸੀਂ ਦੇਖੀ ਹੋਏਗੀ, ਦਾ ਗੋਲਡਨ ਥਿੰਗ। ਔਰ ਉਹਦੇ ਨਾਲ ਹੀ ਹੈਗੀ ਹੈ ਅਲ ਅਕਸਾ, ਔਰ ਅਲ ਅਕਸਾ ਦੇ ਉੱਤੇ ਇਹਨਾਂ ਲੋਕਾਂ ਨੇ ਹਮਲਾ ਕੀਤਾ, ਕਿਉਂਕਿ ਇਹਨਾਂ ਨੂੰ ਪਤਾ ਕਿ ਅਸੀਂ ਅਲ ਅਕਸਾ ਦੇ ਉੱਥੇ ਹਮਲਾ ਕਰਾਂਗੇ, ਉਹਦੇ ਥੱਲਿਓਂ ਕੋਈ ਰਸਤਾ ਟਨਲ ਹੈਗਾ, ਉਹਦੇ ਟਨਲ ਦੇ ਥਰੂ ਅਸੀਂ ਜਾਵਾਂਗੇ ਤੇ ਉੱਥੇ ਅਸੀਂ ਆਪਣਾ ਫਿਰ ਮੰਦਿਰ ਇਹਨਾਂ ਨੇ ਬਣਾਉਣਾ ਹੈ, ਜੋ ਵੀ ਕਰਨਾ, ਟੈਂਪਲ ਆਪਣਾ ਬਣਾਉਣਾ ਹੈ। ਅੱਛਾ, 1-2 ਆ ਗਈ, ਤੀਸਰੀ ਆ ਗਈ ਗੱਲ ਕਿ ਜਿਹੜੇ ਤੀਸਰੇ ਈਸਾਈਅਤ ਇੱਥੇ ਕਿਉਂ ਪਪੂਲਰ ਹੈਗੀ ਹੈ, ਕਿਉਂਕਿ ਜੀਸਸ ਉਹ ਇੱਥੇ ਪੈਦਾ ਹੋਏ ਸਨ। ਜੀਸਸ ਬੇਸਿਕਲੀ ਹੀ ਵਾਸ ਯਹੂਦੀ, ਜੀਸਸ ਯਹੂਦੀ ਸਨ, ਔਰ ਮਗਰ ਉਹਨਾਂ ਦੀ ਆਈਡੀਓਲੋਜੀ ਜਦੋਂ ਉਹ ਵੱਡੇ ਹੋਏ ਤੇ ਉਹਨਾਂ ਦੀ ਆਈਡੀਓਲੋਜੀ ਡਿਫਰ ਕਰਦੀ ਸੀ। ਉਹਨਾਂ ਨੇ ਇਨਸਾਨ ਨੂੰ ਗੋਡ ਦੇ ਨਾਲ ਮਿਲਾਇਆ। ਫਿਰ ਉੱਥੋਂ ਹੀ ਰੋਮਨ ਤੇ ਜਿਹੜੇ ਯਹੂਦੀ ਸਨ ਉਹ ਇਕੱਠੇ ਹੋ ਗਏ, ਔਰ ਉਹਨਾਂ ਨੇ ਇਹਨਾਂ ਨੂੰ ਸੂਲੀ ਤੇ ਟੰਗ ਦਿੱਤਾ। ਸੋ ਇਹ ਤੀਸਰੀ ਜਗ੍ਹਾ ਉਹਨਾਂ ਕਰਕੇ, ਇਸੇ ਕਰਕੇ ਜਿਹੜਾ ਜੈਰੂਸਲਮ ਹੈ ਉਹ ਗੜ ਗਿਆ ਇਹਨਾਂ ਤਿੰਨਾਂ ਮਜ਼ਹਬਾਂ ਦਾ, ਔਰ ਦੈਟਸ ਅ ਮੋਸਟ ਬਿਊਟੀਫੁਲ ਪਲੇਸ। ਉਹ ਨਾ ਕੋਈ ਟ੍ਰੇਡਰ ਰੂਟ ਤੇ ਹੈ, ਨਾ ਕੋਈ ਰਾਈਸੀ ਜਗ੍ਹਾ ਹੈ, ਨਾ ਕੋਈ ਵਪਾਰਕ ਜਗ੍ਹਾ ਹੈ, ਲੇਕਿਨ ਗਲੋਰੀ ਆਫ ਗੋਡ ਇਜ਼ ਦੇਅਰ। ਸੋ ਇਹ ਸਾਰੇ ਲੋਕ ਜਿਹੜੇ ਨੇ ਹੁਣ ਜੂਸ ਜਿਹੜੇ ਨੇ ਉਹ ਉਹਦੇ ਤੇ ਵੀ ਪੂਰਾ ਆਪਣਾ ਚਾਹੁੰਦੇ ਨੇ ਕਿ ਉਹ ਉਹਨਾਂ ਦੀ ਰਾਜਧਾਨੀ ਬਣੇ। ਤੇ 1995 ਚ ਇਹਨਾਂ ਦੀ ਰਾਜਧਾਨੀ ਘੋਸ਼ਿਤ ਨਹੀਂ ਕੀਤਾ, ਪਰ ਪੇਪਰਾਂ ਤੇ ਆ ਗਿਆ ਕਿ ਜੈਰੂਸਲਮ ਜਿਹੜੀ ਹੈ ਉਹ ਯਹੂਦੀਆਂ ਦੀ ਰਾਜਧਾਨੀ ਹੋਏਗੀ। ਇਹ ਵੀ ਇੱਕ ਫੈਕਟਰ ਹੈਗਾ ਜਿਹਦੇ ਕਰਕੇ ਪੈਲਸਟੀਨੀਅਨਸ ਜਾਂ ਸਾਰੇ ਇਸਲਾਮਿਕ ਪੀਪਲ ਨਾਰਾਜ਼ ਨੇ। ਉਹਨੂੰ ਹਾਲੀ ਉੱਪਰ ਨਹੀਂ ਆਇਆ। ਨੰਬਰ 2 ਕਿ ਪਿਛਲੇ ਦਿਨਾਂ ਚ ਜਦੋਂ ਸਾਡਾ ਟਰੰਪ ਪ੍ਰੈਜ਼ੀਡੈਂਟ ਸੀ, ਟਰੰਪ ਨੇ 38 ਬਿਲੀਅਨ ਜਿਹੜੀ ਹੈ ਉਹ ਇਮਦਾਦ
ਯਹੂਦੀਆਂ ਦੇ ਨਾਂ ਕੀਤੀ, ਜਿਹੜੀ ਕਿ ਪਤਾ ਨਹੀਂ ਉਹਨਾਂ ਨੂੰ ਹਾਲੀ ਮਿਲੀ ਹੈ ਜਾਂ ਨਹੀਂ, ਬਟ ਦੈਟ ਵਾਸ ਇਨ ਪੇਪਰਸ। ਸੋ ਇਹਨਾਂ ਨੂੰ ਇਮਦਾਦ ਮਿਲਦੀ ਹੈ, ਇਹਨਾਂ ਨੂੰ ਇਸ ਸਿਰ ਤੇ ਸ਼ਾਇਦ ਦਿੰਦੇ ਨੇ, ਔਰ ਇਹ ਫਿਰ ਇਹ ਸਮਝਦੇ ਨੇ ਕਿ ਉਹ ਤੇ ਕੁਝ ਹੈ ਹੀ ਨਹੀਂ, ਔਰ ਵਾਕਈ ਉਹ ਕੁਝ ਨਹੀਂ ਨੇ, ਕਿਉਂਕਿ ਉਹਨਾਂ ਦਾ ਕੋਈ ਮਦਦਗਾਰ ਹੀ ਨਹੀਂ ਹੈ। ਜਿਹੜੀ ਮਦਦ ਹੁੰਦੀ ਹੈ, ਅੱਛਾ ਉਹਨਾਂ ਦੀਆਂ ਲੜਾਈਆਂ ਸਾਰੀਆਂ ਗਲੀਆਂ 'ਚ ਨੇ, ਜਦੋਂ ਕਿ ਅਗਰ ਜਿਹੜੇ ਇਸਲਾਮਿਕ ਕੰਟਰੀਜ਼ ਨੇ ਉਹਨਾਂ ਨੂੰ ਮਦਦ ਦਿੰਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਬਾਰਡਰ ਤੇ ਦਿੰਦੇ ਨੇ। ਬਾਰਡਰ ਤੇ ਲੜਾਈ ਨਹੀਂ, ਉਹਨਾਂ ਦੀ ਲੜਾਈ ਨਹੀਂ, ਉਹਨਾਂ ਦੀ ਲੜਾਈ ਗਲੀਆਂ 'ਚ, ਔਰ that should be taken care of. So मतलब ਇੰਨੀ ਕੰਪਲੈਕਸ ਚੀਜ਼ ਨਹੀਂ ਹੈ, ਇਹ ਜਾਣਦੇ ਹਨ ਸਭ ਕੁਝ, ਲੇਕਿਨ ਇਹਨੂੰ ਕੰਪਲੈਕਸ ਬਣਾ ਦਿੰਦੇ ਨੇ। ਔਰ ਫਿਰ ਚੂੰਕਿ ਕਿਸੇ ਦਾ ਤੁਸੀਂ ਮਦਦ ਨਾ ਸਹੀ ਤਰੀਕੇ ਨਾਲ ਕਰਨੀ ਹੋਏ, then you can do anything. ਪਰ ਜਿਹੜਾ ਪੈਲੇਸਟਾਈਨ ਹੈ ਉਹ ਕਿਉਂ ਇੰਪੋਰਟੈਂਟ ਹੈ? ਕਿਉਂਕਿ ਇੱਕ ਗਲਿਆਰਾ ਹੈ, ਮੀਸੋਪੋਟਾਮੀਆ ਤੋਂ ਆਓ ਤਾਂ, ਅਫਰੀਕਾ ਤੋਂ ਆਓ ਤਾਂ, ਏਸ਼ੀਆ ਤੋਂ ਮਿਡਲ ਈਸਟ ਆਓ ਤਾਂ, ਮੈਡੀਟੇਰੀਅਨ ਸੀ ਤੇ ਜਾਰਡਨ ਰਿਵਰ ਦੇ ਵਿੱਚ ਜਾਓ ਤਾਂ ਪੈਲਸਟੀਨ ਇਜ਼ ਇੰਪੋਰਟੈਂਟ ਪਲੇਸ। ਲੇਕਿਨ ਚੂੰਕਿ ਯਹੂਦੀਆਂ ਦਾ ਖ਼ਾਬ ਸੀ ਕਿ ਪੈਲਸਟੀਨ ਉਹਨਾਂ ਦਾ ਪ੍ਰੋਮਿਸ ਲੈਂਡ ਹੈ, ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ, ਲੇਕਿਨ ਇਹ ਨਹੀਂ ਗੱਲ ਕਿ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ। ਅਗਰ ਉਹਨਾਂ ਦਾ ਪ੍ਰੋਮਿਸ ਲੈਂਡ ਹੈ ਜਾਂ ਉੱਥੇ ਪਹਿਲੇ ਰਹੇ ਨੇ, ਉਹਨਾਂ ਨੂੰ ਮਿਲਣਾ ਚਾਹੀਦਾ, ਲੇਕਿਨ ਇਹ ਵੀ ਤੇ ਨਹੀਂ ਕਿ ਜਿਹੜੇ ਉੱਥੇ ਵਸ ਰਹੇ ਨੇ ਉਹਨਾਂ ਨੂੰ ਤੁਸੀਂ ਬਾਹਰ ਕੱਢ ਦਿਓ। ਇਟ ਕੈਨ ਨਾਟ ਬੀ ਪੋਸੀਬਲ। ਸੋ ਮਤਲਬ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਬਾਕੀ ਦੀ ਗੱਲ, ਅਸਲੀ ਵਾਰ ਜਿਹੜੀ ਸ਼ੁਰੂ ਹੋਈ ਹੈ ਉਹ 73 ਸਾਲ ਤੋਂ ਸ਼ੁਰੂ ਹੋਈ ਹੈ, ਤੁਸੀਂ ਕਹਿ ਲਓ 19th ਸੈਂਚੁਰੀ ਤੋਂ, ਔਰ ਪਹਿਲੀਆਂ ਗੱਲਾਂ ਅਸੀਂ ਉਹ ਤੇ ਹਿਸਟਰੀ ਸੀਗੀ। ਇਟਸ ਅ ਟਗ ਆਫ ਵਾਰ ਬਿਟਵੀਨ ਚਚੇਰੇ ਭਰਾਵਾਂ 'ਚ, ਐਂਡ ਫਿਲਹਾਲ ਇਹ ਸਮਝੋ ਕਿ ਜਿਊ ਜਿੱਤ ਪਾ ਗਏ ਦਾ, ਔਰ ਪੈਲਸਟੀਨੀਅਨ ਜਿਹੜੇ ਨੇ ਉਹ ਐਵੇਂ ਵਿਚਾਰੇ ਭੁੱਖ ਤੇ ਸ਼ਰਮ ਨਾਲ ਮਰੀ ਜਾ ਰਹੇ ਨੇ, ਔਰ ਉਹ ਹੀਰੋ ਵੀ ਨਹੀਂ ਨੇ, ਉਹ ਲੜ ਮਰ ਰਹੇ ਨੇ, ਸ਼ਹੀਦ ਹੁੰਦੇ ਨੇ, ਤਾਂ ਵੀ ਉਹਨਾਂ ਨੂੰ ਕੋਈ ਹੀਰੋ ਨਹੀਂ ਬਣਾਉਂਦਾ। So I mean what you have to do, the whole world has to raise their voice, ਆਵਾਜ਼ ਉਠਾਣੀ ਪਏਗੀ, ਸਾਰਿਆਂ ਨੂੰ ਦੁਆ ਕਰਨੀ ਪਏਗੀ ਉਹਨਾਂ ਲਈ, ਉਹਨਾਂ ਨੂੰ ਮਦਦ ਕਰਨੀ ਪਏਗੀ ਫਾਈਨੈਂਸ਼ਲੀ, ਤਾਂ ਕਿ ਉਹ ਉੱਠ ਸਕਣ। ਹਾਂਜੀ, ਜਦੋਂ ਅਗਰ 19th ਸੈਂਚੁਰੀ ਦੀ ਜਦੋਂ ਤੇ ਸਾਰੇ ਕਹਿੰਦੇ ਨੇ ਕਿ ਗੱਲ ਲੜਾਈ ਸ਼ੁਰੂ ਹੋਈ ਉਦੋਂ ਦੀ, ਯੈਸ, ਆਫਟਰ 19th ਸੈਂਚੁਰੀ ਬੜੀਆਂ ਕੰਸੀਡਰੇਬਲ ਡੈਮੋਗ੍ਰਾਫਿਕ ਜਿਹੜੀਆਂ ਚੇਂਜਸ ਆਈਆਂ ਨੇ ਉਹ 19th ਸੈਂਚੁਰੀ ਤੋਂ ਆਈਆਂ ਨੇ, ਕਿਉਂਕਿ ਵਰਲਡ ਵਾਰ ਫਰਸਟ ਵਿੱਚ ਹੋਇਆ ਕਿ ਬਈ ਜਿਹੜੇ ਪੈਲਸਟੀਨ ਸੀ, ਕਿਉਂਕਿ ਇਹ ਓਟੋਮਨਸ ਦੇ ਅੰਡਰ ਸੀਗਾ, ਤੇ ਓਟੋਮਨਸ ਜਿਹੜੇ ਸਨ ਉਹ ਐਕਸਿਸ ਪਾਵਰਸ ਨਾਲ ਸਨ, ਉਹ ਯੂਕੇ ਔਰ ਯੂਐਸਏ ਨਾਲ ਨਹੀਂ ਸਨ। ਸੋ ਉਹਨਾਂ ਨੇ ਕਿਹਾ ਓਟੋਮਨ ਨੂੰ ਤੇ ਪਾਸੇ ਕਰੋ, ਤੇ ਉਹਨਾਂ ਦਿਨਾਂ ਵਿੱਚ ਹੀ ਜ਼ਾਇਨਿਸਟ ਮੂਵਮੈਂਟ ਚੱਲੀ ਸੀ ਯਹੂਦੀਆਂ ਦੀ, ਤੇ ਉਹਨਾਂ ਦਾ ਸੀ ਕਿ ਅਸੀਂ ਕਰ ਲੈਣਾ। ਸੋ ਉਹਨਾਂ ਦੀ ਉਹ ਜਿਹੜੀ ਪਕੜ ਸਟਰੋਂਗ ਹੁੰਦੀ ਰਹੀ ਦਿਨ ਬ ਦਿਨ, ਔਰ ਉਹਨਾਂ ਨੇ ਜ਼ਾਇਨਿਜ਼ਮ ਜਿਹੜੀ ਮੂਵਮੈਂਟ ਹੈ ਉਹਦੇ ਨਾਲ ਜਿਊਜ਼ ਵੀ ਦਰਬਦਰ ਰਹੇ ਨੇ, ਉਹਨਾਂ ਨੂੰ ਸ਼ਰਾਪ ਮਿਲਦੇ ਰਹੇ ਨੇ, ਕਿਉਂਕਿ ਚੰਗੀਆਂ ਗੱਲਾਂ ਨਹੀਂ ਸਨ ਸੋਚਦੇ, ਤੇ ਇਸ ਕਰਕੇ ਉੱਪਰ ਵਾਲੇ ਨੇ ਵੀ ਇਹਨਾਂ ਨੂੰ ਕਿਹਾ ਸੀ, ਰੱਬ ਇਹਨਾਂ ਨਾਲ ਨਾਰਾਜ਼ ਰਿਹਾ, ਰੱਬ ਇਹਨਾਂ ਦੇ ਪਹਿਲੇ ਕਿੰਗ ਡੇਵਿਡ ਤੇ ਕਿੰਗ ਜਿਹੜਾ ਸੀਗਾ ਸੁਲੇਮਾਨ, ਉਹਨਾਂ ਦੇ ਨਾਲ ਨਾਰਾਜ਼ ਰਹੇ, ਕਿਉਂਕਿ ਉਹਨਾਂ ਨੇ ਵੀ ਚੰਗੇ ਕੰਮ ਨਹੀਂ ਸਨ ਕੀਤੇ। ਹਾਂ, ਮੋਜ਼ਿਸ ਨੇ ਹੀ ਰੋਟ 613 ਜਿਹੜੀਆਂ ਉਹਨਾਂ ਦੀਆਂ ਸਨ, ਔਰ ਉਹ ਲਿਖ ਕੇ ਉਹਨਾਂ ਨੇ ਉਹ ਕੈਨਨ ਜਿਹੜੀ ਉਹ ਲਿਆਂਦੀ, ਔਰ ਉਹਨੂੰ ਮਤਲਬ ਜਿਸ ਜੈਰੂਸਲਮ ਚ ਉਹਨਾਂ ਨੇ ਉਹਨੂੰ ਰੱਖਣਾ ਚਾਹਿਆ। ਸੋ ਵਰਲਡ ਵਾਰ ਸੈਕੰਡ ਦੇ ਵਿੱਚ ਫਿਰ ਜਿਊਜ਼ ਜਿਹੜੇ ਨੇ ਉਹ ਨਾਜ਼ੀਆਂ ਹੱਥੋਂ ਕੁੱਟੇ ਗਏ, 6 million people ਉਹਨਾਂ ਦਾ ਵਿਨਾਸ਼ ਹੋਇਆ। that was also very bad, genocide, holocaust ਹੋਇਆ। ਉਹਦੇ ਵਿੱਚ ਫਿਰ ਉਸ ਲਈ ਮਤਲਬ ਜਿਹੜੇ ਤੁਹਾਡੇ ਨੇ ਯੂਕੇ ਦੇ ਲੋਕ, ਉਹਨਾਂ ਨੇ ਸੋਚਿਆ ਕਿ ਨਹੀਂ ਇਹਨਾਂ ਨੂੰ ਘਰ ਮਿਲਣਾ ਚਾਹੀਦਾ, ਕਿਉਂਕਿ ਇਹਨਾਂ ਦੀ ਇੰਨੀ ਤਬਾਹੀ ਹੋ ਚੁੱਕੀ, nothing wrong, ਉਹਨਾਂ ਨੂੰ ਪੈਲਸਟੀਨ ਚ ਵਸਾਇਆ ਜਾਏ, ਕਿਉਂਕਿ ਉਹੀ ਉਹਨਾਂ ਦੀ ਜਗ੍ਹਾ ਹੈ। ਸੋ ਉਹਨਾਂ ਨੂੰ ਵਸਾਣਾ ਸ਼ੁਰੂ ਕੀਤਾ। ਜਿਉਂ ਹੀ ਜ਼ਾਇਨਿਜ਼ਮ ਮੂਵਮੈਂਟ ਚੱਲੀ, ਤੇ ਫਿਰ ਸਾਰੇ ਜਿਹੜੇ ਜਿਊਜ਼ ਉੱਥੇ ਵਸਣ ਲੱਗੇ, ਤੇ ਉਹਨਾਂ ਨੇ ਫਿਰ ਸਾਰੇ ਆਪਣੇ ਜਿਊਜ਼ ਨੂੰ, ਜਿਹੜੇ 12 ਕਬੀਲੇ ਨੇ ਜਾਂ ਹੋਰ ਜਿਊਜ਼ ਦੁਨੀਆ ਭਰ ਚ ਵਸੇ ਨੇ, ਉਹਨਾਂ ਨੂੰ ਕਿਹਾ ਕਿ ਤੁਸੀਂ ਆਓ, ਜਲਦੀ ਆਓ, ਅਸੀਂ ਘਰ ਵਸਾਈਏ। ਜਿਹੜੇ ਦੇਸ਼ ਨੇ ਉਹ ਆਬਾਦੀ ਨਾਲ ਹੁੰਦੇ ਨੇ, ਉਹ ਬੰਦਿਆਂ ਨਾਲ ਹੁੰਦੇ ਨੇ, ਤੇ ਜਦੋਂ ਤੁਸੀਂ 8.5 ਲੱਖ ਲੋਕ ਜਿਊਜ਼ ਨੇ ਆਪਣੇ ਬੁਲਾ ਲਏ, ਤੇ 7 ਲੱਖ ਜਿਹੜੇ ਨੇ ਪੈਲਸਟੀਨ, ਉਹਨਾਂ ਨੂੰ ਉੱਥੋਂ ਕੱਢ ਦਿੱਤਾ। ਸੋ ਆਪੇ ਪੈਲਸਟਾਈਨ ਖਤਮ ਹੋ ਗਿਆ ਤੇ ਇਜ਼ਰਾਈਲ ਵਸ ਗਿਆ, ਸਿੰਪਲ। ਸੋ ਇਹ ਸਾਰਾ ਹਿਸਾਬ ਚੱਲਦਾ ਰਿਹਾ, ਐਂਡ ਬੇਸਿਕਲੀ ਉਹ ਵਿਚਾਰੇ ਸਾਰੇ ਰਿਫਿਊਜੀ ਹੋ ਕੇ ਇੱਧਰ ਉੱਧਰ ਫਿਰੀ ਜਾ ਰਹੇ ਨੇ, ਐਂਡ ਦੋਨੋਂ ਜਿਹੜੇ ਤਬਕੇ ਨੇ ਆਪਸ ਚ ਹੇਟ ਬਹੁਤ ਕਰਦੇ ਨੇ, ਔਰ ਜਿਹੜੇ ਇਸ ਕਰਕੇ ਪੈਲਸਟਾਈਨ ਸਾਰਾ ਖਤਮ ਹੋ ਗਿਆ, ਔਰ ਜਿਹੜਾ ਇਜ਼ਰਾਈਲ ਉਹ ਸਾਰਾ ਵਸ ਗਿਆ। ਔਰ I have been to those areas ਦੋਨੋਂ,
ਜਿਹੜੀਆਂ ਜੂਸ ਜਿਹੜੀਆਂ ਉਹ ਦੇਖੀਆਂ ਨੇ ਜਿਹੜੀਆਂ ਉਹਨਾਂ ਦੀਆਂ ਛੋਟੀਆਂ ਛੋਟੀਆਂ ਉਹਨਾਂ ਦੀਆਂ ਬਸਤੀਆਂ ਨੇ ਉਹ ਗਰੀਬ ਲੋਕ ਨੇ ਔਰ ਉਹਨਾਂ ਦੇ ਉੱਤੇ ਔਰ ਉਸ ਤੋਂ ਬਾਅਦ ਪੈਲਸਟੀਨ ਜੂਸ ਨੇ ਕੀ ਕੀਤਾ ਹੈ ਇੱਕ ਤੇ ਆਪਣੇ ਘਰ ਬਣਾਏ ਨੇ ਨੰਬਰ 2 ਇਹਨਾਂ ਨੂੰ ਇੰਨੀ ਇੱਥੋਂ ਮਿਲਦੀ ਹੈ ਇਮਦਾਦ ਔਰ ਉਹ ਆਪ ਵੀ ਸਖਤ ਹੈਗੇ ਨੇ ਆਪ ਵੀ ਤੇ ਟਰਾਈ ਕੀਤੀ ਹੈ ਨਾ ਉਹਨਾਂ ਨੇ ਟਰਾਈ ਕੀਤੀ ਆਪਣਾ ਮੁਲਕ ਬਣਾਉਣ ਦੀ ਇਹ ਵੱਡੀ ਗੱਲ ਹੈਗੀ ਹੈ ਤੇ ਪੈਲਸਟੀਨੀਅਨਸ ਨੇ ਗਰੀਬ ਹੋਣ ਕਰਕੇ ਉਹ ਐਜੂਕੇਟਿਡ ਵੀ ਇੰਨੇ ਨਹੀਂ ਨੇ ਉਹਨਾਂ ਨੇ ਆਪਣਾ ਮੁਲਕ ਆਪ ਵੀ ਖੋਇਆ ਇਹ ਨਹੀਂ ਕਿ ਸਿਰਫ ਜੂਸ ਦਾ ਹੀ ਹੈਗਾ ਜੂਸ ਅਗਰ ਸਖਤ ਹੋਏ ਨੇ ਤੇ ਉਹ ਵੀ ਸਖਤ ਹੁੰਦੇ ਲੇਕਿਨ ਸ਼ਾਇਦ ਉਹਨਾਂ ਕੋਲ ਇੰਨੇ ਮਸਾਇਲ ਜ਼ਿਆਦਾ ਸਨ ਔਰ ਉਹਨਾਂ ਕੋਲ ਜ਼ਿਆਦਾ ਚੀਜ਼ਾਂ ਨਹੀਂ ਸਨ ਜਿਹਦੀ ਵਜ੍ਹਾ ਕਰਕੇ ਸਭ ਕੁਝ ਹੁੰਦਾ ਰਿਹਾ ਉਹਨਾਂ ਦੀ ਜ਼ਮੀਨ ਚੁਰਾ ਲਈ ਗਈ ਐਂਡ ਪੀਸ ਵਰਕ ਕਿਸੇ ਨੇ ਕੀਤਾ ਨਹੀਂ ਹੈਗਾ ਸਪੋਰਟ ਉਹਨਾਂ ਨੂੰ ਕਿਸੇ ਨੇ ਪ੍ਰੋਪਰਲੀ ਦਿੱਤੀ ਨਹੀਂ ਹੈਗੀ ਉਹਨਾਂ ਦੇ ਰਾਈਟਸ ਖਤਮ ਹੋ ਗਏ ਉਹਨਾਂ ਕੋਲ ਸਟੇਟ ਕੋਈ ਨਹੀਂ ਹੈਗੀ ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਮੰਨਿਆ ਗਿਆ ਫਿਰ ਇਹਨਾਂ ਸਾਰਿਆਂ ਸਾਲਾਂ ਦੇ ਵਿੱਚ ਕਨਫਲਿਕਟਸ ਵੀ ਹੋਏ ਬ੍ਰੋਕਨ ਡੀਲਸ ਹੋਈਆਂ ਪ੍ਰੋਟੈਸਟ ਹੋਏ ਵਾਇਲੈਂਸ ਹੋਈ ਮਿਲਟਰੀ ਅਸੌਲਟਸ ਹੋਏ ਹੁਣ ਕਿੰਨਾ ਕੁਝ ਹੋ ਰਿਹਾ ਥੋੜੇ ਦਿਨਾਂ ਬਾਅਦ ਇਹ ਵੀ ਰੁਕ ਜਾਣਾ ਥੋੜੇ ਦਿਨਾਂ ਬਾਅਦ ਇਹ ਵੀ ਬੰਦ ਹੋ ਜਾਣਾ ਕਿ ਚਲੋ ਜੀ ਗੱਲ ਚੁੱਕੀ ਥੋੜੀ ਗੱਲ ਚੁੱਕੀ ਫਿਰ ਗੱਲ ਬੰਦ ਕਿਉਂਕਿ ਕੋਈ ਉਹਨਾਂ ਦੇ ਨਾਲ ਉਹਨਾਂ ਦਾ ਪੱਕਾ ਸਹਾਰਾ ਨਹੀਂ ਬੰਦਾ ਤੇ ਜਿਹੜੇ ਐਜ ਚੈਂਪੀਅਨ ਬਣੇ ਦੇ ਨੇ ਇਹਨਾਂ ਨੇ ਕੁਝ ਕਰਨਾ ਔਰ ਇਹ ਕੁਝ ਨਹੀਂ ਕਰਦੇ ਜਦੋਂ ਨਹੀਂ ਕਰਦੇ ਤੇ ਫਿਰ ਤਕਲੀਫ ਹੁੰਦੀ ਹੈ ਇਹ ਲੀਆਂ ਗੱਲਾਂ ਜਿਹੜੀਆਂ ਕਰੰਟਲੀ ਕਹਿ ਰਹੇ ਸਨ ਕਿ ਇਹ ਹੁਣ ਹੋਇਆ ਤਾਂ ਹਰ ਵਾਰੀ ਕੋਈ ਨਾ ਕੋਈ ਤੇ ਵਜ੍ਹਾ ਹੁੰਦੀ ਹੈ ਨਾ ਹਰ ਵਾਰੀ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਐਤਕੀ ਰਮਜ਼ਾਨ ਚੱਲ ਰਹੇ ਸਨ ਤੇ ਉਹਨਾਂ ਨੇ ਜਿਹੜੀ ਉਹ ਸ਼ੇਖ ਜਰਾ ਹੈ ਜਿਹੜੀ ਕਿ ਜੈਰੂਸਲਮ ਚ ਜਗ੍ਹਾ ਹੈ ਈਸਟ ਉਹਦੇ ਵਿੱਚ ਈਸਟ ਜੈਰੂਸਲਮ ਚ ਉਹਦੇ ਚ ਉਹਨਾਂ ਕਿਹਾ 6 ਫੈਮਲੀਜ਼ ਨੇ ਇਹਨਾਂ ਨੂੰ ਐਵਿਕਟ ਕਰੋ ਔਰ ਨਾਰਾ ਲਗਾਇਆ ਡੈਥ ਟੂ ਅਰਬਸ ਤੇ ਫਿਰ ਫਿਲਿਸਤੀਨ ਵੀ ਮਤਲਬ ਘਬਰਾ ਗਏ ਉਹਨਾਂ ਫਿਰ ਪ੍ਰੋਟੈਸਟ ਕੀਤਾ ਟਕਰਾਵ ਹੋਇਆ ਵਿਚਾਰੇ ਆ ਜਾ ਕੇ ਪਥਰਾਵ ਕਰ ਸਕਦੇ ਨੇ ਦੋਨੋਂ ਤਰਫ ਲੋਕ ਮਰੇ ਜ਼ਖਮੀ ਹੋਏ ਬੱਚੇ ਮਰੇ ਜਦੋਂ ਵੀ ਕੋਈ ਲੜਾਈ ਹੁੰਦੀ ਹੈ ਉਦੋਂ ਬੱਚੇ ਔਰਤਾਂ ਸਭ ਤੋਂ ਜ਼ਿਆਦਾ ਮਰਦੀਆਂ ਨੇ ਔਰ ਉਹਨਾਂ ਦੇ ਉਹ ਜਿਹੜੇ ਬੰਦੇ ਨੇ ਕਈ ਵਾਰੀ ਕਈ ਐਸੀਆਂ ਮੈਂ ਕਿਤਾਬਾਂ ਪੜ੍ਹੀਆਂ ਨੇ ਜਿਨ੍ਹਾਂ ਵਿੱਚ ਉਹ ਖਾਸ ਕਰ ਰਮਜ਼ਾਨ ਦੇ ਟਾਈਮ ਜਦੋਂ ਲੋਕੀ ਭੁੱਖੇ ਨੰਗੇ ਹੁੰਦੇ ਨੇ ਕਈ ਬਜ਼ੁਰਗ ਲੋਕਾਂ ਨੂੰ ਚਿੱਕੜ ਦੇ ਵਿੱਚ ਖੜੇ ਕਰਕੇ ਉਹਨਾਂ ਨੇ ਸ਼ੂਟ ਕਰਤਾ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ ਫਿਰ ਰਾਕੇਟ ਲਾਂਚਰਸ ਨੇ ਹੁਣ ਉਹਨਾਂ ਨੇ ਇੱਕ ਆਪਣਾ ਆਇਰਨ ਡੋਮ ਬਣਾ ਲਿਆ ਤੁਸੀਂ ਰਾਕੇਟ ਜਿਹੜੇ ਫਿਲਿਸਤੀਨ ਨੇ ਉਹਨਾਂ ਕੋਲ ਰਾਕੇਟ ਕੀ ਨੇ ਉਹਨਾਂ ਕੋਲ ਨੇ ਇੱਕ ਜਿਸ ਤਰ੍ਹਾਂ ਪਾਈਪਾਂ ਹੁੰਦੀਆਂ ਨੇ ਸਮਝ ਲਓ ਤੁਸੀਂ ਨਲਕੇ ਦੀ ਪਾਈਪ ਵਿੱਚ ਥੋੜਾ ਬਰੂਦ ਪਾ ਦਿਓ ਤੇ ਉਹਨੂੰ ਉਡਾ ਦਿਓ ਉਹ ਹੋ ਗਿਆ ਉਹਨਾਂ ਦਾ ਰਾਕੇਟ ਤੇ ਜਿਹੜੇ ਉਹ ਨੇ ਉਹਨਾਂ ਨੇ ਇੱਕ ਇੰਨਾ ਵੱਡਾ ਇੱਕ ਬਾਕਸ ਬਣਾਇਆ which is called iron dome ਉਹ ਉਹਨਾਂ ਸਾਰੇ ਰਾਕੇਟਸ ਨੂੰ ਅਰੈਸਟ ਕਰ ਲੈਂਦਾ so ਉਹਨਾਂ ਨੂੰ they are not affected at all so ਇੰਟਰਨੈਸ਼ਨਲ ਆਬਜ਼ਰਵਰਸ ਨੇ ਵੀ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਜੋ ਫਿਲਿਸਤੀਨ ਜੋ ਇਹ ਜੂਸ ਨੇ ਜੋ ਕਰ ਰਹੇ ਨੇ ਇਹ ਇਲੀਗਲ ਹੈ ਔਰ ਇਹ ਡਿਸਕ੍ਰਿਮੀਨੇਟਰੀ ਲਾਜ਼ ਪਾਸ ਕਰ ਰਹੇ ਨੇ which are not good ਹਮਾਸ ਜਿਹੜਾ ਗਰੁੱਪ ਹੈ ਅਗਰ ਉਹ ਗਲਤ ਹੈ ਤੇ ਇਹ ਵੀ ਗਲਤ ਨੇ ਤੇ ਪਰ ਹੈ ਜਿਹਦੇ ਕੋਲ ਪਾਵਰ ਹੈ ਬਸ ਉਹਦੀ ਬੇਸਿਕਲੀ ਜਿਹਦੇ ਕੋਲ ਪਾਵਰ ਹੈ ਉਹਦੀ ਰਿਸਪੌਂਸਿਬਿਲਿਟੀ ਜ਼ਿਆਦਾ ਵੱਧ ਜਾਂਦੀ ਹੈ ਫ੍ਰੈਂਚ ਹੁੰਦਾ ਨਹੀਂ ਹੈ ਸੋ ਇਹ ਅਲ ਜਜ਼ੀਰਾ ਦੇ ਕੋਈ ਆਫਿਸ ਸਨ 15 ਬਿਲਡਿੰਗਸ ਉਹ ਇਹਨਾਂ ਨੇ ਕੋਲੈਪਸ ਕਰਵਾ ਦਿੱਤੀਆਂ ਐਂਡ ਬਸ ਇਹੀ ਸਿਲਸਿਲਾ ਚੱਲਦਾ ਪਿਆ ਐਂਡ ਯੂ ਫੀਲ ਸੋ ਬੈਡ ਤੁਸੀਂ ਬੜੇ ਦੁਖੀ ਹੁੰਦੇ ਹੋ ਜਿਸ ਤਰ੍ਹਾਂ ਹਿਨਾ ਔਰ ਉਹਨੇ ਸ਼ੁਰੂ ਤੋਂ ਗੱਲ ਕੀਤੀ ਨਸੀਮ ਨੇ ਯੂ ਫੀਲ ਲਾਈਕ ਕ੍ਰਾਈਂਗ ਕਿਉਂਕਿ ਇੱਕ ਇਨਸਾਨ ਹੈ ਇਨਸਾਨ ਨੂੰ ਮਾਰਨ ਦਾ ਕਿਸੇ ਨੂੰ ਹੱਕ ਨਹੀਂ ਹੈਗਾ ਸਵਾਏ ਉੱਪਰ ਵਾਲੇ ਨੂੰ ਅਗਰ ਉਹਨੇ ਬਣਾਇਆ ਤੇ ਮਾਰਨ ਦਾ ਹੱਕ ਵੀ ਉਹਨੂੰ ਹੀ ਹੈ so it's a complicated issue but it's not that complicated ਕਿ ਜਿਹਨੂੰ ਸੁਲਝਾਇਆ ਨਹੀਂ ਜਾ ਸਕਦਾ ਹਾਂ ਸੁਲਝਾਉਣ ਦਾ ਤੁਹਾਡਾ ਮੂਡ ਨਾ ਹੋਏ then you won't do anything ਤੁਸੀਂ ਫਿਰ ਕੁਝ ਨਹੀਂ ਕਰੋਗੇ ਤੁਸੀਂ ਚੀਜ਼ਾਂ ਨੂੰ ਆਨ ਦਿਓਗੇ ਦੇਖ ਲਓ ਸਾਡੇ ਉੱਥੇ ਕੀ ਹੋ ਰਿਹਾ ਇਨਸਾਨ ਕਿਸਾਨਾਂ ਦਾ ਨਹੀਂ ਸੁਲਝਾਉਣਾ ਤੇ ਨਹੀਂ ਸੁਲਝਾਉਣਾ ਨਾ ਸੁਣੋ ਚੁੱਪਚਾਪ ਬੈਠੇ ਰਹੋ ਗੱਲਾਂ ਉਹ ਮਾਰਦੇ ਨੇ ਆਪਣੀਆਂ ਤੁਸੀਂ ਆਪਣੇ ਚੁੱਪ ਰਹੋ ਗੱਲ ਹੀ ਨਾ ਕਰੋ ਉਹਨਾਂ ਨੂੰ ਤੁਸੀਂ ਐਡਰੈਸ ਹੀ ਨਾ ਕਰੋ ਗੱਲ ਆਪੇ ਕਿਸੇ ਨਾ ਕਿਸੇ ਟਾਈਮ ਤੇ ਮੁੱਕ ਜਾਏਗੀ ਸੋ ਇਟਸ ਦ ਸੇਮ ਥਿੰਗ ਬਿਲਕੁਲ ਸਹੀ ਕਿਹਾ ਰਾਣੀ ਤੁਸੀਂ ਕਿ ਅਗਰ ਤੁਹਾਡਾ ਮੂਡ ਹੀ ਨਹੀਂ ਹੈ ਸੁਣਨ ਦਾ ਉਹੀ ਜਿਸ ਦੇ ਤਗੜੇ ਦੀ ਕਹਿੰਦੇ ਕਿ ਤਗੜੇ ਦੀ ਹੀ ਸਾਰੇ ਸੁਣਦੇ ਨੇ ਤੇ ਇਜ਼ਰਾਈਲ ਵੀ ਇਸ ਸਮੇਂ ਇਜ਼ਰਾਈਲ ਦੀ ਹੈਲਪ ਸਾਰਿਆਂ ਨੂੰ ਮਿਲ ਰਹੀ ਹੈ ਤੇ ਫਿਲਿਸਤੀਨ ਵਿਚਾਰੇ ਗਰੀਬ ਲੋਕ ਨੇ ਜਿਨ੍ਹਾਂ ਦੀ ਕੋਈ ਸੁਣਵਾਈ ਵੀ ਨਹੀਂ ਹੈ ਪਰ ਫਿਰ ਵੀ ਚਲੋ ਉਹ ਲੜ ਰਹੇ ਨੇ ਅਗੂ ਤੇ ਮਾਨਵਤਾ ਦਾ ਜੋ ਕਾਣ ਕਰ ਰਿਹਾ ਦਿਸ ਇਜ਼ ਨਾਟ ਗੁੱਡ ਥਿੰਗ ਤੇ ਜਿਸ ਭਗਵਾਨ ਨੇ ਸਾਨੂੰ ਪੈਦਾ ਕੀਤਾ ਉਹੀ ਸਾਨੂੰ ਇਨਸਾਨ ਨੂੰ ਅਗਰ
ਉਹਨੇ ਬਣਾਇਆ ਤੇ ਖਤਮ ਵੀ ਉਹੀ ਕਰ ਸਕਦਾ ਹੈ। ਸੋ ਜਿਹੜੀ ਮਾਨਵ ਇਨਸਾਨ ਨੂੰ ਖਤਮ ਕਰ ਰਿਹਾ, ਇਹ ਬਹੁਤ ਹੀ ਮਾੜੀ ਗੱਲ ਹੈ। ਥੈਂਕ ਯੂ ਸੋ ਮਚ, ਤੁਸੀਂ ਬੜੀ ਹੀ ਅੱਛੀ ਤੇ ਬੜੀ ਹੀ ਡਿਟੇਲ ਦੇ ਨਾਲ ਜਾਣਕਾਰੀ ਦਿੱਤੀ ਹੈ। ਉਮੀਦ ਹੈ ਕਿ ਸਾਡੇ ਸਾਰੇ ਦਰਸ਼ਕ ਜਿਹੜੇ ਦੇਖ ਰਹੇ ਨੇ, ਜਿਹੜੇ ਬਾਅਦ ਚ ਵੀ ਦੇਖਣਗੇ, ਸਾਰੇ ਇਸ ਜਾਣਕਾਰੀ ਤੋਂ ਫਾਇਦਾ ਉਠਾਣਗੇ ਤੇ ਆਪਣੀ ਜਾਣਕਾਰੀ ਚ ਉਹਨਾਂ ਦੇ ਵਾਧਾ ਹੋਵੇਗਾ। ਮੋਸਟ ਆਫ ਦਾ ਪੀਪਲ ਸਾਨੂੰ ਕੁਝ ਗੱਲਾਂ ਮੈਨੂੰ ਵੀ ਨਹੀਂ ਪਤਾ ਸੀ। ਥੈਂਕ ਯੂ ਸੋ ਮਚ ਡਾਕਟਰ ਰਾਣੀ ਤੁਹਾਡਾ। ਸੋ ਮਸਲਾ ਕਿ ਜਿਵੇਂ ਸਲਮਾਨ ਜੀ ਤੇ ਹੀਨਾ ਜੀ, ਡਾਕਟਰ ਰਾਣੀ ਤੇ ਨਸੀਮ ਜੀ ਵੀ ਆਪਣੀ ਗੱਲ ਰੱਖੀ, ਮੈਂ ਵੀ ਉਹੀ ਗੱਲ ਕਹਿੰਦੀ ਕਿ ਇਹ ਧਰਮ ਦਾ ਮਸਲਾ ਨਹੀਂ ਹੋਣਾ ਚਾਹੀਦਾ, ਇਹ ਇਨਸਾਨੀਅਤ ਦਾ ਮਸਲਾ ਹੈ। ਸੋ ਮਿਲ ਕੇ ਹੀ ਵੌਇਸ ਜਿਹੜੀ ਹੈ ਰੇਜ਼ ਕਰਨੀ ਚਾਹੀਦੀ ਹੈ ਕਿ ਨਹੀਂ, ਤੁਸੀਂ ਗਰੀਬ ਦੇ ਉੱਪਰ ਜ਼ੁਲਮ ਨਾ ਕਰੋ। ਪ੍ਰੀਤ, ਇਹ ਵੈਸੇ ਧਰਮ ਦਾ ਮਸਲਾ ਹੈ ਵੀ ਨਹੀਂ, ਧਰਮ ਦਾ ਮਸਲਾ ਇੰਨਾ ਨਹੀਂ, ਇਹ ਨੈਸ਼ਨੈਲਿਟੀ ਦਾ ਮਸਲਾ ਹੈ ਕਿ ਇਹ ਇਜ਼ਰਾਈਲ ਬਣ ਗਿਆ ਤੇ ਇਹ ਫਿਲਸਤੀਨ ਹੈ, ਇੱਕੋ ਹੈ। ਤੇ ਨੰਬਰ 2 ਜ਼ਮੀਨ ਦਾ। ਮੈਂ ਜਦੋਂ ਵੀ ਤੁਸੀਂ ਗੱਲ ਕਰੋਗੇ, ਮੈਂ ਗੱਲ ਖਤਮ ਕਰਾਂਗੀ ਆਪਣੀਆਂ 2 ਨਜ਼ਮਾਂ ਨਾਲ, ਜਿਹੜੀ ਕਿ ਮੈਂ ਉਦੋਂ ਲਿਖੀਆਂ ਸਨ। I will definitely say, but if you have to say something, please. Sure, ਤੁਸੀਂ ਕਰੋ, ਸੁਣਾਓ। ਦੇਖੋ, ਮੇਰੀ ਇੱਕ ਨਜ਼ਮ ਹੈਗੀ ਨਕਸ਼ਾ। ਹਾਂਜੀ, ਮੈਨੂੰ ਪਤਾ ਹੈ ਕਿ ਮੈਂ ਦੁਨੀਆ ਦੇ ਨਕਸ਼ੇ ਤੇ ਕਿਤੇ ਨਹੀਂ ਆ, ਇਹ ਫਿਲਸਤੀਨ ਵੱਲੋਂ ਹੈ। ਮੈਨੂੰ ਪਤਾ ਹੈ ਕਿ ਮੈਂ ਦੁਨੀਆ ਦੇ ਨਕਸ਼ੇ ਤੇ ਕਿਤੇ ਨਹੀਂ ਆ। ਉਹ ਚੁੱਕੇ ਹਰ ਰਾਤ ਮੇਰੀ ਨੀਂਦਰ ਚ ਆਉਂਦੇ ਨੇ। ਮੇਰੇ ਫੁੱਲ ਪੱਥਰ, ਨਦੀਆਂ, ਪਹਾੜ ਚੋਰੀ ਕਰਕੇ ਲੈ ਜਾਂਦੇ ਨੇ। ਉਹਨਾਂ ਦੀਆਂ ਇਹ ਹਰਕਤਾਂ ਵੇਖ ਕੇ ਸੂਰਜ ਸ਼ਰਮਿੰਦਾ ਹੋ ਜਾਂਦਾ ਹੈ। ਨਦੀਆਂ ਖਿੜਖਿੜਾਣਾ ਭੁੱਲ ਕੇ ਦੁੱਖ ਦੇ ਰਾਗ ਛੇੜ ਦਿੰਦੀਆਂ ਨੇ। ਪੱਥਰ ਇੱਕ ਅਜੀਬ ਜਿਹੀ ਖਾਮੋਸ਼ੀ ਚ ਜੜ ਸਤਬਦ ਖੜੇ ਰਹਿੰਦੇ ਨੇ। ਜਦੋਂ ਚੁੱਭਣ ਲੱਗਦੀ ਏ ਉਹਨਾਂ ਨੂੰ ਮੇਰੀ ਮੌਜੂਦਗੀ, ਉਹ ਬੰਨ ਦਿੰਦੇ ਨੇ ਮੈਨੂੰ ਕਿਸੇ ਰੁੱਖ ਨਾਲ। ਮੇਰੇ ਪੈਰਾਂ ਥੱਲੇ ਘੁੰਮਦੀ ਧਰਤੀ ਖੜੋ ਜਾਂਦੀ ਏ ਤੇ ਰੁੱਖ ਸੁਣਾਉਂਦੇ ਨੇ ਇੱਕ ਪੁਰਾਣੀ ਜਿਹੀ ਕਹਾਣੀ। ਹਵਾ ਦੇ ਝੋਂਕਿਆਂ ਨਾਲ ਦੁਲਾਰਦੇ ਉਹ ਮੈਨੂੰ ਦੱਸਦੇ ਨੇ ਕਿ ਹਰ ਜ਼ੰਜੀਰ ਉਸ ਲੋਹੇ ਨੂੰ ਕੱਟਦੀ ਏ ਜਿਸ ਨਾਲ ਉਹ ਬੰਦੀ ਏ। ਇੱਕ ਨਜ਼ਮ ਹੋਰ ਏ, ਫਿਲਸਤੀਨ ਹੀ ਉਹਦਾ ਨਾਮ। ਹਾਂਜੀ, ਇਹ ਕਿਹੜੀ ਥਾਂ ਹੈ? ਤੁਸੀਂ ਕਹਿ ਰਹੇ ਸੀ ਨਾ ਹੁਣੇ, ਫਿਲਸਤੀਨ ਕਿੱਥੇ ਹੈ? ਫਿਲਸਤੀਨ ਕਿਹੜੀ ਥਾਂ ਹੈ? ਉਹ ਕਿਹੜੀ ਧਰਤੀ ਹੈ? ਇਹ ਕਿਹੜੇ ਦੇਸ਼ ਦਾ ਹਿੱਸਾ ਜਿਸ ਦਾ ਛੇੜੇ ਨਾ ਕੋਈ ਕਿੱਸਾ? ਇਸ ਦੇਸ਼ ਦੀ ਕਿਹੜੀ ਸੈਨਾ ਹੈ, ਕਿਹੜੀ ਜਨਤਾ ਹੈ? ਬਦ ਹਵਾਸ ਹੋਈ ਜੋ, ਜਿਸ ਦਾ ਮਰਸੀਆ ਅੱਧੀ ਸਦੀ ਤੋਂ ਜਾਰੀ ਹੈ, ਜਿਸ ਦਾ ਲਹੂ ਪੱਥਰਾਂ ਤੇ ਅਖਬਾਰਾਂ ਦੇ ਪੰਨਿਆਂ ਤੇ ਕਾਲਾ ਹੋ ਕੇ ਜੰਮਿਆ ਹੈ, ਜਿੱਥੇ ਹਰ ਮਾਂ ਦੀ ਅੱਖ ਚੋਂ ਹੰਝੂ ਡੁੱਲਿਆ ਹੈ, ਹਰ ਪਿਓ ਦੇ ਚਿਹਰੇ ਤੇ ਪਥਰੀਲਾ ਗੁੱਸਾ ਹੈ, ਹਰ ਸ਼ਖਸ ਦੇ ਹੱਥ ਚ ਫਿਲਸਤੀਨੀ ਤਹਿਜ਼ੀਬ ਦਾ ਨੀਂਹ ਪੱਥਰ ਹੈ ਜੋ ਜੈਰੀਕੋ ਦੇ ਮਲਬੇ ਚੋਂ ਉੱਠ ਕੇ ਆਇਆ ਹੈ। ਇਹ ਪੱਥਰ ਉਹਨਾਂ ਦੇ ਹੱਥ 'ਚ ਜਿਨ੍ਹਾਂ ਆਪਣਾ ਘਰ, ਆਪਣਾ ਮੁਲਕ ਗਵਾਇਆ ਹੈ। ਬਹੁਤ ਖੂਬਸੂਰਤ, ਬਹੁਤ ਅੱਛੀ, ਬਹੁਤ ਨੋ ਵਰਡ ਟੂ ਐਕਸਪਲੇਨ। ਤੇ ਸਾਡੇ ਦਰਸ਼ਕ ਵੀ ਤੁਹਾਨੂੰ ਬਹੁਤ ਹੀ ਮਤਲਬ ਤੁਹਾਡੀ ਤਾਰੀਫ ਕਰ ਰਹੇ ਨੇ। ਸੋ ਯੂ ਰੀਅਲੀ ਆਸਮ ਰਾਣੀ ਜੀ। ਸੋ ਸਲਮਾਨ ਜੀ, ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਇਸ ਮਸਲੇ ਬਾਰੇ? ਕੋਈ ਆਪਣੀ ਸਾਰੇ ਦਰਸ਼ਕਾਂ ਨੂੰ ਇੱਕ ਆਵਾਜ਼ ਅਪੀਲ ਕੁਝ ਕਰਨਾ ਚਾਹੋ ਤੁਸੀਂ? ਬਸ ਮੈਂ ਇਹੀ ਕਹਾਂਗਾ ਕਿ ਆਪਣਾ ਜਿਹੜਾ, ਜਿਸ ਤਰ੍ਹਾਂ ਤੁਹਾਨੂੰ ਪਤਾ ਸਾਊਦੀ ਅਰਬ ਦੇ ਵਿੱਚ ਖਾਨਾ ਕਾਬਾ ਹੈਗਾ ਜਿੱਥੇ ਕਿ ਹਜ ਕਰਨ ਵਾਸਤੇ ਸਭ ਜਾਂਦੇ ਨੇ ਹਰ ਸਾਲ, ਐਸੇ ਤਰ੍ਹਾਂ ਮਸਜਿਦ ਅਕਸਾ ਵੀ ਐਸੇ ਤਰ੍ਹਾਂ ਹੀ ਹੈ। ਜੀ ਹਾਂਜੀ, ਬਿਲਕੁਲ ਉਸੇ ਤਰ੍ਹਾਂ ਹੀ ਹੈ। ਉਹ ਵੀ ਪਿਲਗ੍ਰਿਮੇਜ ਬਣ ਗਈ ਹੈ ਜਰਾ ਨਾ, ਜਿਸ ਤਰ੍ਹਾਂ ਸਾਊਦੀ ਅਰਬ ਜਾਈਦਾ ਹੈ ਜੀ। ਤੀਸਰੇ ਨੰਬਰ ਤੇ ਆਂਦੀ ਹੈ ਮੱਕਾ ਮਦੀਨਾ ਤੋਂ ਬਾਅਦ। ਹਾਂਜੀ, ਤੇ ਉੱਥੇ ਇਹ ਹੈ ਕਿ ਉਹ ਯਰੂਸ਼ਲਮ ਜਿਹੜਾ ਹੈਗਾ ਨਾ, ਕਿ ਉਹ ਸਾਰਿਆਂ ਨੂੰ ਪਤਾ, ਅਮਰੀਕਾ ਵੀ ਪਤਾ ਕਿ ਉਹ ਮਤਲਬ ਉੱਥੇ ਫਲਸਤੀਨ ਨੂੰ ਪਲਾਨ ਹੋਣਾ ਚਾਹੀਦਾ, ਮੁਸਲਮਾਨਾਂ ਨਹੀਂ ਹੋਣਾ ਚਾਹੀਦਾ ਵਾ, ਠੀਕ ਹੈ ਨਾ। ਤੇ ਹੁਣ ਤੁਸੀਂ ਇਹ ਦੇਖੋ ਕਿ ਟਰੰਪ ਨੇ ਵੀ ਸ਼ੈਤਾਨੀ ਕੀਤੀ ਕਿ ਉਹ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਫੌਰੀ ਤੌਰ ਤੇ ਉੱਥੇ ਆਪਣਾ ਜਿਹੜਾ ਐਮਬੈਸੀ ਬਣਾ ਲਈ ਆਪਣੀ, ਜਿਹੜੀ ਕਿ ਆਪਣਾ ਜਿਹੜੀ ਕਿ ਕਿਹਾ ਜਾ ਰਿਹਾ ਸੀ ਕਿ ਉੱਥੇ ਨਾ ਬਣਾਈ ਜਾਵੇ, ਮਗਰ ਉਹ ਵੀ ਬਣਾ ਦਿੱਤੀ। ਮਜ਼ੀਦ ਹੈਲਪ ਦੀ ਵੀ ਆਪਣਾ ਇਸਰਾਈਲ ਨੂੰ ਉਹਨੇ ਐਲਾਨ ਕਰ ਦਿੱਤਾ। ਇਹ ਚੀਜ਼ਾਂ ਹੈਗੀਆਂ ਨੇ, ਸ਼ਾਇਦ ਇਹਨਾਂ ਵਾਲੀਆਂ ਗੱਲਾਂ ਹੈਗੀਆਂ, ਮਗਰ ਮੈਂ ਅਖੀਰ ਦੇ ਵਿੱਚ ਇਹੀ ਕਹਾਂਗਾ ਸਾਰੇ ਆਪਣੇ ਜਿਹੜੇ ਨੇ ਮੁਸਲਮਾਨ ਵੀ, ਬਲਕਿ ਪੂਰੀ ਦੁਨੀਆ ਨੂੰ ਕਹਾਂਗਾ ਕਿ ਆਪਣਾ ਜਿਹੜਾ ਪ੍ਰੇ ਕਰਨ ਫਲਸਤੀਨ ਵਾਸਤੇ, ਬਲਕਿ ਸਭ ਵਾਸਤੇ ਪ੍ਰੇ ਕਰਨ, ਬਲਕਿ ਇਸਰਾਈਲ ਵਾਸਤੇ ਪ੍ਰੇ ਕਰਨ ਕਿ ਅੱਲਾ ਉਹਨਾਂ ਨੂੰ ਹਿਦਾਇਤ ਦੇਵੇ। ਬਿਲਕੁਲ ਇਹੋ ਜਿਹੇ ਕਦਮ ਨਾ ਚੁੱਕੇ। ਹਿਦਾਇਤ ਵਾਸਤੇ ਤੇ ਸਭ ਵਾਸਤੇ ਦੁਆ ਕਰੀ ਕਿ ਅੱਲਾਹ ਤਾਲਾ ਸਭ ਨੂੰ ਹਿਦਾਇਤ ਦੇਵੇ। ਤੇ ਬਾਕੀ ਇਹ ਕਿ ਮਿਲ ਬੈਠ ਕੇ ਮਸਲਿਆਂ ਨੂੰ ਜਿਹੜਾ ਸੁਲਝਾਇਆ ਜਾਏ, ਉਹਨਾਂ ਨੂੰ ਠੀਕ ਕੀਤਾ ਜਾਏ। ਲੜਾਈ ਦਾ ਕੋਈ ਫਾਇਦਾ ਨਹੀਂ ਹੈ, ਲੜਾਈ ਦੇ ਵਿੱਚ ਪ੍ਰੋਬਲਮਸ ਹੀ ਆਉਂਦੀਆਂ, ਉਹਦੇ ਵਿੱਚ ਅਮਨ ਕਦੇ ਨਹੀਂ ਹੋਏਗਾ। ਬਿਲਕੁਲ ਸਲਮਾਨ ਜੀ, ਥੈਂਕ ਯੂ ਸੋ ਮਚ। ਧੰਨਵਾਦ ਤੁਹਾਡਾ ਬਹੁਤ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਡਾਕਟਰ ਰਾਣੀ ਜੀ, ਬਹੁਤ ਜ਼ਿਆਦਾ ਸ਼ੁਕਰੀਆ ਤੁਹਾਡਾ ਵੀ। ਤੇ ਤੁਸੀਂ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਜਿਹੜੇ ਮਤਲਬ ਸਾਡੇ ਦਰਸ਼ਕਾਂ ਨੂੰ ਦਿੱਤੀ ਹੈਗੀ ਹੈ ਤੇ ਗਿਆਨ ਦੇ ਵਿੱਚ ਵਾਧਾ ਕੀਤਾ। ਸੋ ਬਹੁਤ ਧੰਨਵਾਦ। ਸੋ ਜਿੱਦਾਂ ਕਿ ਸਾਰੇ ਦਰਸ਼ਕਾਂ ਦਾ ਵੀ ਜਿਹੜੇ ਦੇਖ ਰਹੇ ਨੇ, ਪਹਿਲਾਂ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ। ਰਵਿੰਦਰ ਜੀ,
Samichi and some name goes up, so ਜੋ ਵੀ ਦਰਸ਼ਕ ਦੇਖ ਰਹੇ ਨੇ ਬਹੁਤ ਬਹੁਤ ਧੰਨਵਾਦ, ਜਿਹੜੇ ਬਾਅਦ ਚ ਦੇਖਣਗੇ ਉਹਨਾਂ ਦਾ ਵੀ ਧੰਨਵਾਦ, ਤੇ ਪ੍ਰੋਗਰਾਮ ਨੂੰ ਜਰੂਰ ਸ਼ੇਅਰ ਕਰਨਾ ਤਾਂ ਜੋ ਇਹ ਮਹੱਤਵਪੂਰਨ ਜਾਣਕਾਰੀ, ਮਹੱਤਵਪੂਰਨ ਗੱਲਾਂ ਜਿਹੜੀਆਂ ਨੇ ਉਹ ਸਾਰਿਆਂ ਤੱਕ ਪਹੁੰਚ ਸਕਣ, ਤੇ ਅਸੀਂ ਸਾਰੇ ਮਿਲ ਕੇ ਆਵਾਜ਼ ਉਠਾਈਏ ਮਾਨਵਤਾ ਦੇ ਲਈ। ਸਾਡੇ ਕੋਲ ਫਾਰਮਰ ਪ੍ਰੋਟੈਸਟ ਇਸ ਸਮੇਂ ਇੰਡੀਆ ਦੇ ਵਿੱਚ ਚੱਲ ਰਿਹਾ, ਅਸੀਂ ਉਹਦੇ ਲਈ ਵੀ ਆਵਾਜ਼ ਉਠਾ ਰਹੇ ਹਾਂ। ਅਸੀਂ ਕਰੋਨਾ ਦੇ ਖਿਲਾਫ ਵੀ ਜੰਗ ਲੜ ਰਹੇ ਹਾਂ, ਬਲੈਕ ਫੰਗਸ ਆ ਗਈ ਹੈ ਉਹਦੇ ਲਈ ਵੀ ਜੰਗ ਲੜ ਰਹੇ ਹਾਂ। ਇਹ ਫਿਲਿਸਤੀਨ ਇਜ਼ਰਾਈਲ ਵਾਲਾ ਜਿਹੜਾ ਮਸਲਾ ਹੈ ਇਹ ਵੀ ਸਾਡਾ ਇੱਕ ਫਰਜ਼ ਹੈ, ਬਿਨਾਂ ਕਿਸੇ ਧਰਮ ਤੋਂ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਹੈ ਇਨਸਾਨੀਅਤ ਦੇ ਹੱਕ ਦੇ ਵਿੱਚ ਖੜੇ ਹੋਣਾ। ਵਿਚਾਰੇ ਗਰੀਬ ਜਿਹੇ ਨਿਮਾਣੇ ਜਿਹੇ ਜਿਹੜੇ ਲੋਕ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਜਾ ਰਹੇ, ਦੇਖੋ ਤੁਸੀਂ ਕਿੰਨੇ ਛੋਟੇ ਛੋਟੇ ਮਾਸੂਮ ਬੱਚੇ ਬਿਨਾਂ ਕਿਸੇ ਹੀ ਜੁਰਮ ਤੋਂ ਇਸ ਯੁੱਧ ਦੀ, ਇਸ ਜੰਗ ਦੀ, ਇਸ ਲੜਾਈ ਦੀ ਬਲੀ ਚੜ ਗਏ ਹੈ। ਸੋ ਸਾਡਾ ਸਾਰਿਆਂ ਦਾ ਮਾਨਵਤਾ ਦੇ ਨਾਤੇ ਫਰਜ਼ ਹੈ ਕਿ ਅਸੀਂ ਸਾਰੇ ਮਿਲ ਕੇ ਆਵਾਜ਼ ਉਠਾਈਏ। ਸੋ ਜਿਹੜੇ ਵੀ ਕੰਟਰੀ ਜਿਹੜਾ ਹੈਗਾ ਕੋਈ ਸ਼ਰਾਰਤੀ, ਜਿੱਦਾਂ ਸਲਮਾਨ ਜੀ ਨੇ ਵੀ ਕਿਹਾ, ਮੈਂ ਵਾਰ-ਵਾਰ ਨਾਮ ਨਹੀਂ ਦੁਹਰਾਵਾਂਗੀ, ਸੋ ਸਾਰੇ ਕੰਟਰੀ ਦੇ ਪ੍ਰੈਜ਼ੀਡੈਂਟ ਵੀ ਅਗਰ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਸ਼ਾਂਤੀ ਦਾ ਪਸਾਰਾ ਕਰਨ, ਕਿਸੇ ਇੱਕ ਤਗੜੇ ਨੂੰ ਸ਼ਹਿ ਦੇ ਕੇ ਗਰੀਬ ਦੇ ਉੱਪਰ ਜ਼ੁਲਮ ਨਾ ਢਾਉਣ। ਤੇ ਡਾਕਟਰ ਰਾਣੀ ਜੀ ਨੇ ਜਿੱਦਾਂ ਆਪਾਂ ਨੂੰ ਹਿਸਟਰੀ ਸੁਣਾਈ ਹੈ ਉਹਦੇ ਮੁਤਾਬਕ ਦੇਖਿਆ ਜਾਏ ਤਾਂ ਇਹ ਲੜਾਈ ਸਾਡੇ ਹਰ ਘਰ ਦੇ ਵਿੱਚ ਹੈ, ਇਹ ਲੜਾਈ ਸਾਡੇ ਹਰ ਘਰ ਦੇ ਵਿੱਚ ਹੈ, ਕਿਉਂਕਿ ਇਹ ਵੀ ਕੰਟਰੀ, ਇਹ ਵੀ ਜਿਹੜੇ ਕੰਟਰੀ ਨੇ ਆਪਸ ਵਿੱਚ ਭਰਾ ਨੇ, ਇੱਕ ਬਾਪ ਦੀ ਔਲਾਦ ਨੇ, ਜਿਵੇਂ ਸਾਡੇ ਆਮ ਘਰਾਂ ਦੇ ਵਿੱਚ ਭਾਈ ਬਟਵਾਰੇ ਨੂੰ ਲੈ ਕੇ ਲੜ ਪੈਂਦੇ। ਤਾਂ ਉਹਦਾ ਹੱਲ ਕੀ ਹੁੰਦਾ ਹੈ? ਜੇ ਅਸੀਂ ਗੱਲ ਕਰੀਏ ਆਪਣੇ ਪੰਜਾਬ ਦੀ ਜਾਂ ਆਪਣੇ ਇੰਡੀਆ ਦੇ ਕਿਸੇ ਵੀ, ਜਾਂ ਪਾਕਿਸਤਾਨ ਦੇ ਕਿਸੇ ਵੀ ਸਾਡੇ ਕੰਟਰੀਆਂ ਦੀ, ਕੀ ਹੁੰਦਾ ਕਿ ਜਦੋਂ ਘਰਾਂ ਦੇ ਵਿੱਚ ਭਰਾ ਆਪਸ ਵਿੱਚ ਬਟਵਾਰੇ ਨੂੰ ਲੈ ਕੇ ਲੜ ਪੈਂਦੇ ਆ ਤਾਂ ਸਾਡੇ ਪੁਰਖੇ ਜਿਹੜੇ ਨੇ ਉਹ ਪੰਚਾਇਤ ਬੁਲਾਉਂਦੇ ਨੇ, ਸਾਡੇ ਜਿਹੜੇ ਵਡੇਰੇ ਨੇ ਘਰ ਦੇ ਬਜ਼ੁਰਗ ਪੰਚਾਇਤ ਬੁਲਾਉਂਦੇ ਨੇ। ਪੰਚਾਇਤ ਬੁਲਾ ਕੇ ਆਮੋ ਸਾਹਮਣੇ ਦੋਵਾਂ ਭਰਾਵਾਂ ਨੂੰ ਬਿਠਾ ਕੇ ਉਹਨਾਂ ਦਾ ਬਟਵਾਰਾ ਕਰ ਦਿੱਤਾ ਜਾਂਦਾ, ਲੈ ਭਾਈ ਆ ਐਨੇ ਗਜ ਵੀਗਾ ਤੇਰਾ, ਆ ਐਨੇ ਗਜ ਵੀਗਾ ਤੇਰਾ, ਸਹੀ ਹੈ ਨਾ, ਤੇ ਤੁਸੀਂ ਆਪੋ ਆਪਣੀ ਹੱਦ ਦੇ ਵਿੱਚ ਰਹੋ, ਸ਼ਾਂਤੀ ਦੇ ਨਾਲ ਰਹੋ ਤੇ ਪਿਆਰ ਦੇ ਨਾਲ। ਸੋ ਇਸੇ ਤਰ੍ਹਾਂ ਮੇਰੇ ਹਿਸਾਬ ਦੇ ਨਾਲ ਵੀ, ਤੇ ਜਿੱਦਾਂ ਕਿ ਸਾਡੇ ਸਾਰੇ ਮਹਿਮਾਨਾਂ ਨੇ ਵੀ ਇਹੀ ਕਿਹਾ ਕਿ ਮਸਲਾ ਦਾ ਹੱਲ ਗੋਲੀ ਦਾ ਜਵਾਬ ਪੱਥਰ ਨਾਲ, ਪੱਥਰ ਦਾ ਜਵਾਬ ਗੋਲੀ ਨਾਲ ਨਹੀਂ ਹੈ। ਇਹਨੂੰ ਬਿਠਾਇਆ ਜਾਵੇ, ਇਹਨਾਂ ਨੂੰ ਇੱਕ ਮੰਚ ਦੇ ਉੱਪਰ, ਇੱਕ ਟੇਬਲ ਦੇ ਉੱਪਰ ਇਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਕਰਵਾ ਕੇ ਇੱਕ ਸੀਮਾ ਜਿਹੜੀ ਹੈ ਉਹ ਲਿਮਿਟ ਕਰ ਦਿੱਤੀ ਜਾਵੇ ਕਿ ਤੇਰੀ ਇਹ ਸੀਮਾ ਹੈ, ਤੇਰੀ ਇਹ ਹੱਦ ਹੈ। ਬਿਲਕੁਲ ਬਿਲਕੁਲ। ਜਿਹੜੇ ਸ਼ਾਂਤੀ ਦੇ ਨਾਲ ਆਪਣੇ ਆਪਣੇ ਦਾਇਰੇ ਦੇ ਵਿੱਚ, ਆਪਣੇ ਆਪਣੇ ਵਿਹੜੇ ਦੇ ਵਿੱਚ ਰਹਿ ਸਕਣ ਤੇ ਇੱਕ ਦੂਜੇ ਦੇ ਨਾਲ ਦੁੱਖ ਸੁੱਖ ਦੇ ਸਾਂਝੇ ਵੀ ਬਣ ਸਕਣ। ਸੋ ਕਿਸੇ ਵੀ ਜਦੋਂ ਵੀ ਕੋਈ ਜੰਗ ਹੁੰਦੀ ਹੈ, ਲੜਾਈ ਹੁੰਦੀ ਹੈ, ਘਰ ਪਰਿਵਾਰ ਦੇ ਵਿੱਚ ਝਗੜਾ ਹੁੰਦਾ ਹੈ, ਉਹਦੇ ਵਿੱਚ ਦੋ ਗੱਲਾਂ ਮੈਂ, ਚਾਰ ਗੱਲਾਂ ਤੂੰ, ਇਹਦੇ ਨਾਲ ਕੋਈ ਮਸਲੇ ਨਹੀਂ ਨਿਬੜਦੇ। ਸ਼ਾਂਤੀ ਹੀ ਸਾਰੀ ਚੀਜ਼ਾਂ ਦਾ ਜਿਹੜਾ ਹੈ ਹੱਲ ਹੈ। ਸੋ ਸਾਰੇ ਦਰਸ਼ਕਾਂ ਨੂੰ ਮੇਰੀ ਬਹੁਤ ਜ਼ਿਆਦਾ, ਮੈਂ ਆਪਣੇ ਦਿਲੋਂ ਮਨੋਂ ਤਨੋਂ ਤੇ ਆਪਣੇ ਮਹਿਮਾਨਾਂ ਵੱਲੋਂ ਤੇ ਆਪਣੀ ਪੂਰੀ ਸਮੁੱਚੀ ਪ੍ਰੀਤਨਾਮਾ ਦੀ ਟੀਮ ਵੱਲੋਂ ਅਪੀਲ ਕਰਦੀ ਹਾਂ ਕਿ ਕੋਈ ਵੀ ਏਦਾਂ ਦਾ ਮਸਲਾ ਨਿਕਲਦਾ ਨਾ ਤਾਂ ਉਹਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਕਿ ਇਹ ਤਾਂ ਸਾਡਾ ਨਹੀਂ ਹੈ, ਇਹ ਸਾਡੇ ਦੇਸ਼ ਦਾ ਨਹੀਂ ਹੈ। ਜੇ ਵਰਲਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਾ ਕਿ ਮਾਨਵਤਾ ਤੇ ਜ਼ੁਲਮ ਹੋ ਰਿਹਾ ਹੈ, ਤਾਂ ਮਾਨਵਤਾ ਦੇ ਹੱਕ ਦੇ ਵਿੱਚ ਹਮੇਸ਼ਾ ਉੱਚੀ ਆਵਾਜ਼ ਉਠਾਓ, ਉਹਦੇ ਹੱਕ ਦੇ ਵਿੱਚ ਬੋਲੋ। ਬੋਲਣ ਤੇ ਕਿਸੇ ਦੀ ਕੋਈ ਪਾਬੰਦੀ ਨਹੀਂ ਹੈ। ਤੁਹਾਡੇ यूनियन इज स्ट्रेंथ। ਅੱਜ ਇੱਕ ਬੋਲੇਗਾ, ਕੱਲ ਦੋ ਬੋਲਣਗੇ, ਮਿਲ ਕੇ ਜਦੋਂ ਬੋਲਣਗੇ ਤੇ ਜੋ ਜ਼ੁਲਮ ਕਰ ਰਿਹਾ ਉਹਦੇ ਵੀ ਕੰਨ ਖੜੇ ਹੋਣਗੇ ਕਿ ਮੇਰੇ ਖਿਲਾਫ ਆਵਾਜ਼ ਬੁਲੰਦ ਹੋ ਰਹੀ ਹੈ। ਸੋ ਇਸ ਚੀਜ਼ ਨੂੰ ਮੈਂ ਸਾਰਿਆਂ ਅੱਗੇ ਰਿਕਵੈਸਟ ਕਰਦੀ ਹਾਂ ਕਿ ਪਲੀਜ਼ ਸਾਰੇ ਮਿਲ ਕੇ ਆਵਾਜ਼ ਉਠਾਓ ਤੇ ਵਾਹਿਗੁਰੂ ਕਰਨ ਇਹ ਸਭ ਕਿੱਸੇ ਜਿਹੜੇ ਨੇ ਅਸ਼ਾਂਤੀ ਵਾਲੇ ਜਲਦੀ ਖਤਮ ਹੋਣ। ਇਸ ਸੰਸਾਰ ਦੇ ਵਿੱਚ ਜਿਹੜੀ ਕਰੋਪੀਆਂ ਫੈਲੀਆਂ ਨੇ, ਅਸ਼ਾਂਤੀ ਫੈਲੀ ਹੈ, ਇਹ ਸਾਰਿਆਂ ਦਾ ਸਰਵਨਾਸ਼ ਹੋਵੇ ਤੇ ਇੱਕ ਸਭ ਤੋਂ ਵੱਡਾ ਇਹਦਾ ਹੱਲ ਹੈ ਵਾਹਿਗੁਰੂ। ਪ੍ਰੀਤ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਲਾ ਟੌਪਿਕ ਛੇੜਿਆ ਔਰ ਅਸੀਂ ਸਾਰੇ ਗੱਲ ਕਰ ਸਕੇ। ਔਰ I mean of course ਬੜਾ ਦਿਲ ਦੁਖਦਾ ਹੈ ਇਹਨਾਂ ਸਭ ਚੀਜ਼ਾਂ ਤੋਂ। ਇਹ ਹੈ ਕਿ ਘਰ ਸਭ ਦਾ ਹੋਣਾ ਚਾਹੀਦਾ ਹੈ, ਕਿ ਜਿਊਜ਼ ਦਾ ਵੀ ਹੋਣਾ ਚਾਹੀਦਾ ਹੈ ਤੇ ਦੂਜਿਆਂ ਦਾ ਵੀ ਹੋਣਾ ਚਾਹੀਦਾ ਹੈ। ਔਰ ਦੁਆ ਵੀ ਕਰੀਏ ਔਰ ਉਹ ਫਾਈਨੈਂਸ਼ੀਅਲ ਰੀਸਟੀਟਿਊਸ਼ਨ ਵੀ ਉਹਨਾਂ ਲਈ ਜ਼ਰੂਰੀ ਹੈ ਔਰ ਉਹਨਾਂ ਨੂੰ ਵਸਾਇਆ ਜਾਏ ਪ੍ਰੋਪਰ ਤਰੀਕੇ ਨਾਲ। ਉਹਨਾਂ ਨੂੰ ਜਿਹੜੇ ਸਹੀ ਹੱਕ, ਉਹ ਜਿਹੜੇ ਹਕੂਕ ਇਨਸਾਨੀ ਹਕੂਕ ਤੇ ਦਿੱਤੇ ਜਾਣ ਸਾਰਿਆਂ ਨੂੰ, ਔਰ ਦੇ ਸ਼ੁਡ ਨਾਟ ਬੀ ਸੈਕੰਡ ਕਲਾਸ ਸਿਟੀਜ਼ਨਸ ਆਪਣੇ ਮੁਲਕ 'ਚ।
सो नहीं, आई एम वेरी थैंकफुल टू यू। और अच्छा है कि सलमान भाई साहब भी आए ने और हिना आई, हाँ बड़ी बड़ी वड्डी गल है उन्हां दी कि ਉਹ ਦੋਨੋਂ ਵਿਚਾਰੀਆਂ ਕੰਮ ਤੋਂ ਉੱਠ ਕੇ ਆਈਆਂ ਨੇ ਬਿਲਕੁਲ ਉਹਨਾਂ ਔਰ ਕੋਲ ਘੱਟ ਟਾਈਮ ਹਾਂ ਸੀਗਾ, ਸੋ ਫਿਰ ਵੀ ਬੜਾ yeah ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਜੁਆਇਨ yeah ਕੀਤਾ। ਤੇ ਡਾਕਟਰ exactly ਰਾਣੀ ਤੇ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਕੱਲ ਇੱਕ ਮਿਊਜ਼ੀਕਲ ਸ਼ੋਅ ਹੈ ਪਾਕ ਯੂਐਸ ਮੀਡੀਆ ਸਲਮਾਨ ਜੀ ਦੇ ਚੈਨਲ ਦੇ ਉੱਪਰ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਮੈਨੂੰ ਵੀ ਇਨਵਾਈਟ ਕੀਤਾ। ਸੋ ਥੈਂਕ ਯੂ ਸੋ ਮਚ ਸਲਮਾਨ ਜੀ। ਗੱਲ ਠੀਕ ਹੈ ਕਿ ਹੁਣ ਸਾਡੇ ਕੋਲ ਅਸ਼ਾਂਤੀ ਤਾਂ ਫੈਲੀ ਹੋਈ ਹੈ, ਦੁਖੀ ਵੀ ਬਹੁਤ ਆ, ਪਰ ਕਹਿੰਦੇ ਆ ਨਾ ਕਿ ਜਿਹੜਾ ਸੰਗੀਤ ਹੈ ਹੱਸ ਖੇਡ ਕੇ ਇਹ ਰੂਹ ਨੂੰ ਸਕੂਨ ਦਿੰਦਾ ਹੈ। ਸੋ yeah ਬੜਾ ਸਹੀ ਵਧੀਆ ਤੁਹਾਡਾ ਇਹ ਉਦਮ ਹੈ ਸਲਮਾਨ ਜੀ ਕਿ ਤੁਸੀਂ ਇੱਕ ਮਿਊਜ਼ੀਕਲ ਪ੍ਰੋਗਰਾਮ ਰੱਖਿਆ। ਸੋ ਕੁਲਭੂਸ਼ਣ ਜੀ ਇਜ਼ ਵੈਰੀ ਗੁੱਡ ਸਿੰਗਰ, ਸੋ ਆਈ ਵਿਲ ਟਰਾਈ ਟੂ ਸ਼ੇਅਰ ਸਮਥਿੰਗ ਮਾਈਸੈਲਫ ਟੂ, ਤੇ ਜਰੂਰ ਦੇਖਣਾ, ਕੱਲ ਭੁੱਲਣਾ ਨਹੀਂ। ਤੁਸੀਂ ਵੀ ਸੁਣਾਓਗੇ ਗਾਣੇ? ਸ਼ੋਰ ਅਗਰ ਮੈਂ ਇਸ ਕਾਬਿਲ ਹੋਈ ਤਾਂ ਮੈਂ ਜਰੂਰ ਸੁਣਾਵਾਂਗੀ। ਨਹੀਂ ਨਹੀਂ, ਕੋਈ ਐਸਾ ਮੌਕਾ ਮਿਲਣੇ ਤੇ ਅਸੀਂ ਸਾਰੇ ਗਾਵਾਂਗੇ, ਐਸੀ ਕੋਈ ਗੱਲ ਨਹੀਂ ਹੈਗੀ। ਬਟ ਕੋਈ ਇੰਜ ਦਾ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਏ, ਹੁਣ ਤੇ ਅਗਰ ਤੁਸੀਂ ਚੁਣਿਆ ਕਿਸੇ ਨੂੰ ਤੇ ਉਹੀ ਗਾਣਗੇ ਕਲਾਕਾਰ, ਲੇਕਿਨ ਵੀ ਆਲਸੋ ਕੈਨ ਸਿੰਗ ਹੇਅਰ ਐਂਡ देयर few friends and definitely ਜਰੂਰ ਜਲਦੀ ਹੀ ਆਪਾਂ ਇੱਕ ਸ਼ੁਕਰਾਨਾ ਦਿਵਸ ਵੀ ਰੱਖਣਾ ਹੈ। ਸੋ ਸਾਰਿਆਂ ਨੂੰ ਮੌਕਾ ਦੇਵਾਂਗੇ ਕਿ ਸਾਰੇ ਆਪਣਾ ਪ੍ਰੇ ਕਰਨ, ਇਸ ਜਗਤ ਦੀ ਕਰੋਪੀ ਜਿਹੜੀ ਹੈਗੀ ਉਹ ਦੂਰ ਹੋਵੇ। ਆਪਾਂ ਸ਼ੁਕਰਾਨਾ ਦਿਵਸ ਰੱਖਾਂਗੇ ਤੇ ਜਰੂਰ ਇਨਵਾਈਟ ਕਰਾਂਗੇ, ਤੇ ਤੁਹਾਡੀ ਇੰਨੀ ਸੋਹਣੀ ਜਿਹੜੀ ਮਤਲਬ ਕਲਮ ਹੈਗੀ ਹੈ ਉਹ ਤੁਹਾਡੇ ਸੁਰਾਂ ਦੇ ਵਿੱਚ ਵੀ ਸੁਣਾਂਗੇ। ਸੋ ਹਾਂਜੀ, ਥੈਂਕ ਯੂ ਸੋ ਮਚ। ਸਾਰੇ ਵੇਖਣਾ ਨਹੀਂ ਭੁੱਲਣਾ, ਕੱਲ ਪਾਕ ਯੂਐਸ ਮੀਡੀਆ ਤੋਂ ਮਿਊਜ਼ੀਕਲ ਪ੍ਰੋਗਰਾਮ ਹੈ 11:30 ਵਜੇ ਨਿਊਯਾਰਕ ਦਾ ਟਾਈਮ ਹੈ, ਤੇ ਆਈ ਥਿੰਕ ਇੰਡੀਆ ਜਾਂ ਪਾਕਿਸਤਾਨ ਦੇ ਵਿੱਚ ਕੋਈ 2.5 ਘੰਟੇ ਦਾ ਫਰਕ ਹੈ, ਤਾਂ 8 ਵਜੇ ਹੋਣਗੇ ਜਾਂ 8:30 ਦਾ ਟਾਈਮ ਹੋਏਗਾ ਮੇ ਬੀ। ਸੋ ਜਰੂਰ ਵੇਖਣਾ ਸਾਰੇ, ਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਇਸ ਪ੍ਰੋਗਰਾਮ ਨੂੰ ਦੇਖਣ ਲਈ। ਜੁੜੇ ਰਹਿਣਾ ਪ੍ਰੀਤਨਾਮਾ ਟੀਵੀ ਦੇ ਨਾਲ। ਫੇਰ ਮਿਲਾਂਗੇ ਅਗਲੇ ਹਫਤੇ ਇੱਕ ਨਵੇਂ ਟੌਪਿਕ ਦੇ ਨਾਲ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਰਿਕਵੈਸਟ, ਮਿਲ ਕੇ ਮਾਨਵਤਾ ਦੇ ਹੱਕ ਦੇ ਵਿੱਚ ਆਵਾਜ਼ ਉਠਾਇਆ ਕਰੋ। ਤੁਹਾਡੀ ਇੱਕ ਆਵਾਜ਼ ਪਤਾ ਨਹੀਂ ਕਿਸ ਵੇਲੇ ਉਸ ਪਰਮਾਤਮਾ ਦੇ ਕੰਨਾਂ ਦੇ ਵਿੱਚ ਹੈ, ਕਿਸ ਦੀ ਆਵਾਜ਼ ਪੈ ਜਾਵੇ ਤੇ ਕਦੋਂ ਉਹ ਸੁਣ ਲਵੇ। ਸਾਡੇ ਸਾਰਿਆਂ ਦੇ ਵਿੱਚੋਂ, ਪੂਰੇ ਵਰਲਡ ਦੇ ਵਿੱਚੋਂ ਕਿਹੜੀ ਉਹ ਰੂਹ ਹੋਵੇਗੀ ਸੱਚੀ ਸੁੱਚੀ ਜਿਸ ਦੀ ਆਵਾਜ਼ ਉਸ ਮਾਲਕ ਤੱਕ ਪਹੁੰਚੇਗੀ। ਸ਼ੁਕਰੀਆ ਸਾਰਿਆਂ ਦਾ, ਧੰਨਵਾਦ। ਸ਼ੁਕਰੀਆ ਪ੍ਰੀਤਨਾਮਾ ਟੀਵੀ। ਥੈਂਕ ਯੂ ਪ੍ਰੀਤ ਜੀ, ਤੁਹਾਡਾ ਬਹੁਤ ਸ਼ੁਕਰੀਆ। ਪ੍ਰੀਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡਾ। ਪ੍ਰੀਤਨਾਮਾ ਟੀਵੀ ਨਾਲ ਜੁੜਨ ਲਈ ਤੇ ਆਪਣੇ ਕਾਰੋਬਾਰ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ preetnamausa@gmail.com।